ਤੁਹਾਡੀ ਇਮੈਜੀਨੇਸ਼ਨ ਕੀ ਹੈ? ਪੰਜਾਬ ਕੀ ਹੈ, ਸਿੱਖ ਕੀ ਨੇ, ਜਾਂ ਪੰਜਾਬ ਦਾ ਪੋਸਟ ਟਰੁਥ ਕੀ ਹੈ? तो मेरे मुताबिक तो यह पंजाब विकटम बनया बहुत बड़ा विकटम बनया है मॉडर्निटी का। फॉरन सिख तो कोई भी नहीं सी, ਜਿਹੜੇ ਬੰਦੇ ਉਸ ਦੇ ਲੜ ਲੱਗ ਗਏ ਉਹ ਸਿੱਖ ਬਣੀ ਗਏ। ਹਿੰਦੁਸਤਾਨ 'ਚ ਨੇਸ਼ਨ ਦਾ ਆਈਡੀਆ ਨਾ ਆਉਂਦਾ, ਇੰਡੀਆ ਨੂੰ ਇਸ ਤਰ੍ਹਾਂ ਡਿਸਕ੍ਰਾਈਬ ਨਾ ਕੀਤਾ ਜਾਂਦਾ ਵੀ ਇਟਸ ਅ ਸਿੰਗਲ ਨੇਸ਼ਨ, ਇਹ ਕੋਈ ਪ੍ਰੋਬਲਮ ਆਉਣੀ ਕੋਈ ਨਹੀਂ ਸੀ। ਸਮੇਲ ਕਹਿ ਰਿਹਾ ਹੈਗਾ ਕਿ ਇਹ ਤਾਂ ਜਿਹੜੀ ਇਨਕਲੂਸਿਵ ਵਾਲੀ ਗੱਲ ਆ ਉਹ ਇੱਥੋਂ ਖਤਮ ਕੀਤੀ ਇਹਨਾਂ ਧਰਾਵਾਂ ਨੇ ਜਿਹੜੇ ਆਪਦੇ ਆਪ ਨੂੰ ਮਿਨੀਮਾਈਜ਼ ਕਰਦੇ ਰਹਿੰਦੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ 13% ਪਾਪੂਲੇਸ਼ਨ ਸੀ ਨਾ, ਇਹ ਕ੍ਰਿਸ਼ਮਾ ਨਹੀਂ ਸੀ ਵੀ ਕਿਤੇ ਵੀ ਕੋਈ ਉਜਰੀ ਕੋਈ ਨਹੀਂ। ਤੇ ਜਿਹੜੇ ਗਿਣਤੀਆਂ ਦੀ ਗੱਲ ਹੈ ਸਾਰਾ ਕੁਛ ਹੈ ਤਾਂ ਮੋਡਰਨਿਟੀ ਨਾਲ ਆਈ ਹੈ। ਬੰਦੇ ਤੋਂ ਦੇਖਣੀ ਐ ਲੱਗੇ ਮਿਨੋਰਟੀ 'ਚ ਅਸੀਂ ਮੈਜੋਰਟੀ 'ਚ। ਫਿਰ ਮਾਡਰਨਿਟੀ ਵੀ ਤਾਂ ਸਭ ਤੋਂ ਵੱਡਾ ਲੌਜਿਕ ਤੇ ਚੱਲਦੀ ਹੈ। ਮਾਡਰਨਿਟੀ ਵੀ ਕਹਿੰਦੀ ਹੈ ਸਾਡੇ ਕੋਲ ਲੌਜਿਕ ਨੇ ਸਾਰੀਆਂ ਗੱਲਾਂ ਦਾ। ਉਹ ਤਾਂ ਕਹਿੰਦੇ 2 ਜੋੜ 2 4 ਅਸੀਂ 1 ਮਿੰਟ 'ਚ ਕਰ ਦਿੰਦੇ ਹਾਂ। ਮੇਲ ਨੇ ਕਿਹਾ ਕਿ ਜਿਵੇਂ ਸਿੱਖ ਰੁੱਸਦੇ ਆ, ਅਸੀਂ ਸਿੱਖਾਂ ਦੇ ਨਾਲ ਹਿੰਦੂ ਰੁੱਸ ਸਕਦੇ ਆ, ਮੁਸਲਮਾਨ ਰੁੱਸ ਸਕਦੇ ਆ। ਯਹੂਦੀਆਂ ਪ੍ਰਤੀ ਇਨਕਲੂਸਿਵ ਹੋਇਆ ਕੋਈ ਵੀ ਸਟੇਟ ਪੱਛਮੀ ਯੂਰਪ ਦੀ, ਜਿੱਥੇ ਸਭ ਤੋਂ ਸਿਵਲਾਈਜੇਸ਼ਨ ਦੀ ਜਨਮ ਭੂਮੀ ਗੜ੍ਹ। ਤੁਸੀਂ ਕਹਿ ਰਹੇ ਹੋ ਕਿ ਸਾਡੀ ਨੇਸ਼ਨ ਸਟੇਟ ਨਹੀਂ ਹੋਊਗੀ, ਰਵਾਇਤ 'ਚ ਉਹਦੀਆਂ ਚੀਜ਼ਾਂ ਆ ਜਾਣਗੀਆਂ ਮੰਨ ਲਓ, ਤਾਂ ਇਹ ਤਾਂ ਕਲੇਮ ਹੀ ਆ ਨਾ। ਬਾਅਦ 'ਚੋਂ ਇੱਥੇ ਹਿੰਦੂ ਭਾਈਚਾਰਾ ਵੀ ਹੈ, ਮੁਸਲਮਾਨ ਭਾਈਚਾਰਾ ਵੀ ਹੈ, ਬਾਅਦ 'ਚੋਂ ਇੰਨਾ ਇਨਕਲੂਸਿਵ ਅਤੇ ਇੰਨਾ ਪੂਰੇ ਜਸਟਿਸ ਹੋਊਗਾ, ਉਹਦੇ 'ਚ ਕਲੇਮ ਆ ਨਾ ਇਹ। ਫਾਰਚੂਨੇਟਲੀ ਜੇ ਸਿੱਖਾਂ ਕੋਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਦਾਹਰਨ ਨਾ ਹੁੰਦੀ, ਬਹੁਤ ਔਖਾ ਸੀ ਗੱਲ ਕਰਨੀ ਰਾਜ ਦੀ। ਕਿ ਉਹਦੇ ਇਮੇਜ ਨੂੰ ਢਾਹ ਲਾਉਣ ਦੀ ਕਿੰਨੀ ਅੰਗਰੇਜ਼ਾਂ ਨੇ ਕਿੰਨੀ ਕੋਸ਼ਿਸ਼, ਤੈਨੂੰ ਪਤਾ ਨਹੀਂ ਕਿੰਨੀਆਂ ਕਿਤਾਬਾਂ ਲਿਖਾਈਆਂ ਵੀ ਜੇ ਇਹਨਾਂ ਨੂੰ ਕਾਬੂ ਕਰਨਾ ਮਹਾਰਾਜ ਦਾ ਸਿੰਬਲ ਭੰਨੋ। ਪਰ ਉਹਦੀ ਉਲਟ ਐਗਜ਼ਾਮਪਲਾਂ ਵੀ ਤਾਂ ਹੈਗੀਆਂ ਨੇ। ਜਿਵੇਂ ਮਤਲਬ ਮਿਆਂਮਾਰ 'ਚ ਆਪਾਂ ਦੇਖਿਆ ਬੁੱਧਿਸਟ ਕੀ ਕਰ ਰਹੇ ਸੀ ਉੱਥੇ, ਉਹ ਆਪਦੇ ਧਰਮ ਤੋਂ ਹੀ, ਉੱਥੇ ਧਰਮ ਸੀਗਾ, ਰੋਹਿੰਗਿਆ ਮੁਸਲਮਾਨਾਂ ਨੂੰ ਉਹਨਾਂ ਨੇ ਕਿਵੇਂ ਵੱਢਿਆ। ਜਿੰਨਾ ਚਿਰ ਤੱਕ ਗੁਰੂ ਮਨ 'ਚ ਰਹੂਗਾ, ਗੁਰੂ ਦਾ ਅਦਬ, ਉਹਨਾਂ ਚਿਰ ਤਾਂ ਮਤਲਬ ਸਿੱਖ ਨਹੀਂ ਮਰ ਸਕਦਾ, ਜਿੰਨੀਆਂ ਮਰਜ਼ੀ ਹਵਾਵਾਂ ਵਗਣ। ਜਦੋਂ ਐਡਾ ਵੱਡਾ ਉਭਾਰ ਉੱਠਦਾ ਨਾ ਯਾਦਵਿੰਦਰ, ਜਿਹੜਾ ਲੋਕਾਂ ਦਾ ਜਜ਼ਬਾ ਬਹੁਤ ਪਵਿੱਤਰ ਹੁੰਦਾ ਹੁਣ ਵੀ ਕਿਸਾਨ ਮੂਵਮੈਂਟ ਦੇ ਵਿੱਚ, ਤੇ ਉਹਨਾਂ ਦੀ ਜਿਹੜੀ ਅੰਦਰ ਤਲਾਸ਼ ਹੈ ਨਾ, ਅਰਜ਼ ਇੱਕ ਤਾਂਘ, ਉਹ ਹੈ ਕਿ ਕੋਈ ਪਿਓਰੀਟਨ ਲੀਡਰ ਆਵੇ। ਆ ਜਿਹੜੀ ਅੱਜ ਦੀ ਜਨਰੇਸ਼ਨ ਹੈ, ਬਲਕਿ ਤੁਹਾਨੂੰ ਸਰਸਰੀ ਨਜ਼ਰ ਨਾਲ ਇਹ ਲੱਗਦਾ ਸੀ ਵੀ ਗਈ ਗੱਲ, ਨਾ ਕਿਸੇ ਦਾ ਸਰੂਪ, ਨਸ਼ਿਆਂ ਵਾਲੇ ਸਭ ਕੁਛ, ਬਲਕਿ ਕਿਸੇ ਐਂਗਲ ਤੋਂ ਵੀ ਨਹੀਂ ਲੱਗਦਾ ਵੀ ਇਹਨਾਂ 'ਚ ਕੋਈ ਸਿੱਖੀ ਦੀ ਸਪਿਰਿਟ ਬਚੀ ਹੋ। ਤੈਨੂੰ ਮੌਜੇ ਤੁੰਗ ਦੀਆਂ ਜਿਹੜੀਆਂ ਗੱਲਾਂ ਕੁਛ ਉਹਦੀਆਂ ਉਹ ਜਿਹੜੀਆਂ ਪੋਲਿਸ਼ਡ ਰਾਈਟਿੰਗ ਤੋਂ ਪਾਸੇ ਛੱਡ ਕੇ ਤਾਂ ਬਹੁਤ ਹੀ ਕਮਾਲ ਦੀਆਂ ਉਹਨੇ ਗੱਲਾਂ ਕੀਤੀਆਂ। ਜਦੋਂ ਮਾਡਰਨਿਟੀ ਦਾ ਇੰਨਾ ਜ਼ਿਆਦਾ ਕ੍ਰਾਈਸਿਸ ਵੀ ਹੈ, ਮਾਡਰਨਿਟੀ ਦੀ ਇੰਨੀ ਆਲੋਚਨਾ ਵੀ ਹੈ, ਮਾਡਰਨਿਟੀ ਦੇ ਅੰਦਰ ਬਹੁਤ ਸਾਰੇ ਫਲॉ ਵੀ ਹੈ, ਇੰਨਾ ਲੰਬਾ ਸਰਵਾਈਵਲ ਆਉਂਦਾ। ਧਰਮ ਆਲੋਚਨਾ ਤੋਂ ਉੱਪਰ ਨਹੀਂ, ਪਹਿਲੀ ਗੱਲ। ਦੂਜੀ ਗੱਲ, ਕਿਸੇ ਧਰਮ ਦੇ ਫਾਲੋਅਰ ਕੀ ਕਰ ਰਹੇ ਨੇ, ਉਹ 'ਚ ਤੁਹਾਡੀ ਜ਼ਿੰਮੇਵਾਰ ਅਪਰੋਚ ਇਹ ਬਣਦੀ ਆ ਵੀ ਧਰਮ ਮੁਤਾਬਕ ਹੀ ਕਰ ਰਹੇ ਨੇ, ਕਬ ਦੀ ਧਰਮ ਤੋਂ ਥਿੜਕ ਕੇ ਕਰ ਰਹੇ ਨੇ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਕਿਹਾ ਜਾਂਦਾ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਪੰਜਾਬ ਦੀ ਪਿਛਲੀ ਅੱਧੀ ਸਦੀ 'ਚ 2 ਵੱਡੀਆਂ ਲਹਿਰਾਂ ਚੱਲੀਆਂ, ਇੱਕ ਚੱਲੀ ਨਕਸਲਵਾੜੀ ਲਹਿਰ ਤੇ ਦੂਜੀ ਖਾੜਕੂ ਲਹਿਰ। ਆਉਂਦਿਆਂ ਆਉਂਦਿਆਂ ਕਿਸਾਨ ਮੋਰਚਾ ਵੀ ਅਸੀਂ ਦੇਖ ਲਿਆ। ਇਹਨਾਂ ਤਿੰਨਾਂ ਥਾਵਾਂ ਤੇ ਇੱਕ ਸ਼ਖਸ ਦੀ ਮੌਜੂਦਗੀ ਰਹੀ ਹੈ। ਬਹੁਤ ਸਾਰੇ ਸਵਾਲ ਉਦੋਂ ਵੀ ਨੇ ਜਦੋਂ ਨਕਸਲਵਾੜੀ ਮੂਵਮੈਂਟ ਛੱਡੀ ਉਹਨਾਂ ਨੇ, ਉਦੋਂ ਵੀ ਖੜੇ ਹੋਏ ਜਦੋਂ ਉਹ ਖਾੜਕੂ ਲਹਿਰ ਨਾਲ ਆਏ, ਕਿਸਾਨ ਮੋਰਚੇ 'ਚ ਗਏ ਤਾਂ ਉਦੋਂ ਵੀ ਉਹਨਾਂ ਲਈ ਸਵਾਲਾਂ ਦੀ ਝੜੀ ਲੱਗ ਗਈ। ਆਈਡਲੌਗ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ ਅਜਮੇਰ ਸਿੰਘ ਹੋਰਾਂ ਦੇ ਨਾਲ ਕਿ ਉਹਨਾਂ ਦੇ ਲਈ ਪੰਜਾਬ ਕੀ ਹੈ, ਸਿੱਖ ਕੀ ਨੇ, ਇੰਨਾ ਚਿਰ ਉਹ ਲਗਾਤਾਰ ਲਹਿਰਾਂ 'ਚ ਰਹੇ, ਪੰਜਾਬ ਦਾ ਕੁਝ ਬਣਿਆ ਕਿਉਂ ਨਹੀਂ, ਜੋ ਉਹਨਾਂ 'ਤੇ ਸਵਾਲ ਉੱਠਦੇ ਨੇ ਉਹ ਕਿਉਂ ਉੱਠਦੇ ਨੇ, ਜਾਂ ਉਹਨਾਂ ਨੂੰ ਜਿੰਨਾ ਸ਼ੱਕੀ ਬਣਾ ਦਿੱਤਾ ਜਾਂਦਾ ਹੈ ਕਿ ਸੱਚਮੁੱਚ ਉਹ ਉਨੇ ਸ਼ੱਕੀ ਨੇ। ਗੱਲਬਾਤ ਅਜਮੇਰ ਜੀ ਨਾਲ ਸ਼ੁਰੂ ਕਰਦੇ ਹਾਂ। ਸਵਾਗਤ ਹੈ ਅਜਮੇਰ ਜੀ, ਬਹੁਤ ਬਹੁਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਹਾਡੇ ਜ਼ਿਹਨ 'ਚ ਜਦੋਂ ਪੰਜਾਬ ਸ਼ਬਦ ਆਉਂਦਾ ਹੈਗਾ, ਜਦੋਂ ਤੁਸੀਂ ਜਵਾਨ ਹੋ ਰਹੇ ਹੋਵੋਗੇ, ਪਹਿਲੀ ਵਾਰ ਪੰਜਾਬ ਮਹਿਸੂਸ ਕੀਤਾ ਹੋਊਗਾ ਕਿ ਇਹ ਪੰਜਾਬ ਆ, ਫਿਰ ਤੁਸੀਂ ਮਹਿਸੂਸ ਕੀਤਾ ਹੋਊ ਸਿੱਖ ਨੇ ਇੱਥੇ, ਉਹ ਕੀ ਹੈਗਾ, ਤੁਹਾਡੀ ਇਮੇਜਿਨੇਸ਼ਨ ਕੀ ਆ, ਪੰਜਾਬ ਕੀ ਆ, ਸਿੱਖ ਕੀ ਨੇ? ਉਹ ਦੇਖੋ ਯਾਦਵਿੰਦਰ, ਕੋਈ ਵੀ ਖਿੱਤਾ ਨਾ ਦੁਨੀਆ ਦਾ, ਜੇ ਉਹਨੂੰ ਇਸ ਤਰ੍ਹਾਂ ਡਿਸਕ੍ਰਾਈਬ ਕਰਨਾ ਹੋਵੇ ਵੀ ਉਹਦੀ ਕੀ ਪਛਾਣ ਹੈ ਭਲਾ ਜਾਂ ਕੀ ਹੈ ਉਹਨੂੰ ਬਹੁਤ ਐਂਗਲਸ ਤੋਂ ਦੇਖਿਆ ਜਾ ਸਕਦਾ ਹੈ। ਇਹ ਤੁਹਾਡੇ ਦ੍ਰਿਸ਼ਟੀਕੋਣ 'ਤੇ ਹੀ ਆ ਹੁਣ, ਕਿਉਂਕਿ ਐਡਾ ਸਿੰਪਲ ਤਾਂ ਹੁੰਦਾ ਨਹੀਂ, ਲੀਨੀਅਰ ਜੀ ਦੀ ਚੀਜ਼ ਹੈ ਨਾ। ਇੰਨਾ ਲੰਮਾ ਇਤਿਹਾਸ ਹੈ, ਕਿੰਨੀਆਂ ਘਟਨਾਵਾਂ ਵਾਪਰੀਆਂ, ਕੀ ਕੁਛ ਹੋਇਆ, ਉਹਦੇ 'ਚ ਉਹਦੀ ਇੱਕ ਹਸਤੀ ਸ਼ੇਪ ਅਪ ਹੋਈ। ਸੋ ਪਰ ਫਿਰ ਵੀ ਜੇ ਇੱਕ ਡਿਫਾਈਨਿੰਗ ਤੁਸੀਂ ਜੇ ਮੈਂ ਕਹੋ, ਕਹਾਂ ਕਿ ਅਜਮੇਰ ਸਿੰਘ ਦੇ ਹਿੱਸੇ ਦਾ ਪੰਜਾਬ ਕੀ ਹੈ, ਅਜਮੇਰ ਸਿੰਘ ਦੇ ਹਿੱਸੇ ਦੇ ਮੇਰੇ ਵਾਸਤੇ ਦੇਖੋ ਇਹ ਕਿ ਜਿਸ ਕਿਸਮ ਦਾ ਮੇਰਾ ਬਚਪਨ ਰਿਹਾ, ਜਿਸ ਕਿਸਮ ਦਾ ਪਰਿਵਾਰਕ ਮਾਹੌਲ ਰਿਹਾ, ਉਸ ਤੋਂ ਮੈਂ ਜੋ ਕਹਿ ਸਕਦਾ, ਪੰਜਾਬ ਗੁਰੂਆਂ ਦੀ ਵਿਰੋਸਾਈ ਧਰਤੀ ਹੈ ਤੇ ਭਾਗਾਂ ਵਾਲੀ ਇਸ ਪੱਖੋਂ ਧਰਤੀ ਹੈ। ਮੂਲ ਪਛਾਣ ਪੰਜਾਬ ਦੀ ਇਹ ਬਣਦੀ ਹੈ। ਬਾਕੀ ਇੱਥੇ ਕੀ ਕੁਛ ਵਾਪਰਿਆ, ਕੀ ਦੁਖਾਂਤ ਵਾਪਰੇ, ਉਹ ਸਾਰੇ ਇੱਥੇ ਇਹਦੇ ਵਿੱਚ ਹੀ ਸਿਮਟ ਜਾਣਗੇ। ਹਾਂਜੀ, ਇਹ ਕਿਹਾ ਜਾਂਦਾ, ਜਿਵੇਂ ਅਸੀਂ ਆਈਡੀਓਲੋਗ ਡਾਕਟਰ ਪ੍ਰਮੋਦ ਕੁਮਾਰ ਆਏ, ਉਹਨਾਂ ਨੇ ਕਿਹਾ ਕਿ ਇੱਥੇ ਤੇ ਜਿਹੜਾ ਮਾਡਰਨ ਪੰਜਾਬ ਕਹਿ ਦਈਏ ਆਪਾਂ, ਜਿਹਦੇ 'ਚ 3 ਤਰ੍ਹਾਂ ਦਾ ਡਿਸਕੋਰਸ ਰਿਹਾ, 3 ਧਿਰਾਂ ਨਾਲੋਂ ਨਾਲ ਚੱਲਦਾ ਰਿਹਾ। ਆਰੀਆ ਸਮਾਜ ਨੂੰ ਉਹ ਕਹਿੰਦੇ ਨੇ, ਸਿੰਘ ਸਭਾ ਲਹਿਰ ਦੀ ਗੱਲ ਕਰੀਏ ਜਾਂ ਲੈਫਟ ਆ ਜਾਂਦਾ ਹੈਗਾ ਇੱਥੇ, ਹੈ ਨਾ, ਅਤੇ ਉਹ ਕਦੇ ਇੱਕ ਡਿਸਕੋਰਸ ਦੂਜੇ 'ਤੇ ਭਾਰੂ ਪੈ ਜਾਂਦਾ, ਕਦੇ ਉਹ ਡਿਸਕੋਰਸ ਇਹ 'ਤੇ ਭਾਰੂ ਪੈ ਜਾਂਦਾ। ਅਲਟੀਮੇਟ ਟਰੁੱਥ ਕੋਈ ਨਹੀਂ ਆ ਪੰਜਾਬ ਦਾ। ਤੁਹਾਨੂੰ ਕੀ ਲੱਗਦਾ ਪੰਜਾਬ ਦਾ ਅਲਟੀਮੇਟ ਸੱਚ ਕੀ ਹੈਗਾ, ਜਾਂ ਪੰਜਾਬ ਦਾ ਪੋਸਟ ਟਰੁੱਥ ਕੀ ਹੈਗਾ? ਮੇਰੇ ਮੁਤਾਬਕ ਤਾਂ ਇਹ ਪੰਜਾਬ ਵਿਕਟਮ ਬਣਿਆ, ਬਹੁਤ ਵੱਡਾ ਵਿਕਟਮ ਬਣਿਆ ਮਾਡਰਨਿਟੀ ਦਾ। ਮਾਡਰਨਿਟੀ ਕੋਈ ਟੈਕਨੋਲੋਜੀ ਪੱਖੋਂ ਨਹੀਂ, ਐਪਿਸਟੀਮੋਲੋਜੀ, ਜੋ ਥਾਟ ਸਿਸਟਮ ਆਇਆ ਨਾ, ਜੋ ਪੱਛਮ ਨੇ ਇੱਕ ਆਪਦੀ ਗਿਆਨ ਪ੍ਰਬੰਧ ਰਚਿਆ, ਨੌਲੇਜ ਪ੍ਰੋਡਿਊਸ ਕੀਤੀ, ਬਾਡੀ ਆਫ ਨੌਲੇਜ, ਉਹ ਇੱਥੇ ਜਿਹੜਾ ਇੱਥੋਂ ਦਾ ਇੰਟੈਲੀਜੈਂਸੀ ਹੈ, ਉਹਨੇ ਉਹ ਇੰਟਰਨਲਾਈਜ਼ ਕੀਤੀ ਹੈ। ਇਹਦੀ ਜਿਹੜੀ ਵੀ ਪ੍ਰੋਬਲਮ ਲੈ ਲਓ ਅੱਜ, ਕੋਈ ਵੀ, ਉਹਦੀ ਜੜ ਤੁਹਾਨੂੰ ਜਾ ਕੇ ਉੱਥੇ ਮਿਲ ਜਾਣੀ ਹੈ। ਭਾਵੇਂ ਲੈਫਟ ਸਿੱਖ ਡਿਵਾਈਡ ਹੈ, ਭਾਵੇਂ ਹਿੰਦੂ ਸਿੱਖ ਡਿਵਾਈਡ ਹੈ, ਭਾਵੇਂ ਸਿੱਖ ਲਹਿਰ ਦਾ ਜੋ ਅੱਜ ਹਾਲਤ ਹੈ, ਉਹ ਸਾਰਿਆਂ ਦੀ ਕਿਤੇ ਨਾ ਕਿਤੇ ਜੜ ਉਹ ਇੱਥੇ ਪਈ ਹੈ। ਸਮੱਸਿਆਵਾਂ ਉੱਥੋਂ ਪੈਦਾ ਹੁੰਦੀਆਂ ਕਿ ਪੰਜਾਬ ਬਾਰੇ ਬੰਦਾ ਆਈਡੀਆ ਬਣਾ ਕੇ ਤੁਰਦਾ ਹੈ, ਉਹਦਾ ਰੈਫਰੈਂਸ ਕੀ ਹੈ? ਉਹ ਸਾਰੀ ਜਿਹੜਾ ਇੰਟੈਲੀਜੈਂਸੀ ਹੈ ਮੋਸਟਲੀ ਉਹਦਾ ਇਹੀ ਹੋਊਗਾ ਜੋ ਮਾਡਰਨ ਉਹਨੇ ਪੜ੍ਹਿਆ, ਜੋ ਥਿਓਰੀਜ਼ ਹੈ। ਥਿਓਰੀ ਤਾਂ ਇਹ ਹੈ ਫਿਰ ਵੀ ਤੁਸੀਂ ਹਰ ਖਿੱਤੇ ਨੂੰ ਇੱਕ ਨੇਸ਼ਨ ਦੇ ਤੌਰ 'ਤੇ ਡਿਫਾਈਨ ਕਰਨਾ ਹੈ, ਅਤੇ ਇਹ ਇੱਕ ਉਹਨਾਂ ਨੇ ਜਿਵੇਂ ਗੋਲਡਨ ਰੂਲ ਹੀ ਬਣਾਤਾ, ਨੇਸ਼ਨ ਹੁੰਦੀ ਹੈ ਸੱਭਿਆਚਾਰ ਅਤੇ ਭਾਸ਼ਾ 'ਤੇ ਟਿਕੀ ਹੋਈ। ਉਸ ਹਿਸਾਬ ਨਾਲ ਤੁਸੀਂ ਪੰਜਾਬ ਨੂੰ ਡਿਫਾਈਨ ਕਰੋਗੇ ਅਤੇ ਭਾਸ਼ਾ ਸੱਭਿਆਚਾਰ ਵੀ ਇੱਥੇ ਸਾਰਿਆਂ ਦਾ ਇੱਕ ਹੈ। ਉਹ 'ਚ ਤਾਂ ਫਿਰ ਸਾਰੇ ਇੱਕ ਚਾਹੀਦੇ ਨੇ। ਇੱਕ ਪੰਜਾਬੀ ਕੌਮ ਦੀ ਸਾਂਝੀ ਤਰੇੜ ਰਹਿਤ ਹਸਤੀ ਉੱਭਰਨੀ ਚਾਹੀਦੀ ਹੈ, ਜਿਵੇਂ ਬਾਕੀ ਥਾਵਾਂ 'ਤੇ ਕੌਮਾਂ ਦੀ ਉੱਭਰੀ ਹੈ। ਪਰ ਪੰਜਾਬ 'ਚ ਇਸ ਤਰ੍ਹਾਂ ਦੀ ਹਸਤੀ ਨਹੀਂ ਉੱਭਰੀ। ਇਹ ਇੱਕ ਰਿਐਲਿਟੀ ਹੈ। ਹੁਣ ਉਹ ਰਿਐਲਿਟੀ ਐਕਸੈਪਟ ਨਹੀਂ ਹੁੰਦੀ, ਕਿਉਂਕਿ ਤੁਹਾਡੇ ਥਿਓਰੀਟੀਕਲ ਫਰੇਮਵਰਕ 'ਤੇ ਉਹ ਫਿੱਟ ਨਹੀਂ ਹੁੰਦੀ। ਤੁਸੀਂ ਜੋ ਪੜ੍ਹਿਆ, ਤੁਸੀਂ ਜੋ ਸਿੱਖਿਆ, ਤੁਹਾਨੂੰ ਜਿਹੜੀ ਆਪਦੀ ਵਿਦਵਤਾ ਦਾ ਮਾਣ ਹੈ, ਉਹਦੇ 'ਚੋਂ ਫਿੱਟ ਨਹੀਂ ਹੁੰਦੀ। ਸੋ ਫਿਰ ਇਹ ਹੈ ਕਿ ਰਿਐਲਿਟੀ ਨੂੰ ਛੱਡੋ, ਹੁੰਦਾ ਐਂ ਅਤੇ ਚਾਹੀਦਾ ਐਂ ਹੈ। ਇਹ ਉਸ ਤਰ੍ਹਾਂ ਹੀ ਹੈ ਜਿਵੇਂ ਇਹ ਕਹੋ ਵੀ ਤੁਸੀਂ ਜੁੱਤੀ ਬਣਾਉਣੀ ਹੈ ਨਾ, ਇੱਕ ਤਾਂ ਇਹ ਪਹਿਲਾਂ ਪੈਰ ਦਾ ਨਾਪ ਦਿਓ, ਉਹਦੇ ਨਾਪ ਦੀ ਜੁੱਤੀ ਬਣਾਓ। ਇੱਕ ਇਹ ਹੈ ਕਿ ਪਹਿਲਾਂ ਜੁੱਤੀ ਦਾ ਨਾਪ ਲਿਆਓ, ਫਿਰ ਪੈਰ ਨੂੰ ਕੱਟਣਾ ਪਵੇ, ਵੱਢਣਾ ਪਵੇ, ਕੱਸਣਾ ਪਵੇ, ਘੁੱਟਣਾ ਪਵੇ, ਫਿਰ ਪੈਰ ਨੂੰ ਉਹਦੇ ਵਿੱਚ ਫਿੱਟ ਕਰੋ। ਇਹ ਮਰਜ਼ ਹੈ ਸਾਰੇ ਇੰਟੈਲੀਜੈਂਸੀਏ ਦੀ। ਓਰੀਜਨਲ ਥਿੰਕਿੰਗ ਇੱਥੇ ਗਰੋ ਨਹੀਂ ਹੋ ਸਕੀ। ਕੀ ਹੈ ਓਰੀਜਨਲ ਥਿੰਕਿੰਗ? ਕੀ ਓਰੀਜਨਲ ਥਿੰਕਿੰਗ ਹੈ ਵੀ ਤੁਸੀਂ ਇਹਨਾਂ ਸਾਰੀਆਂ ਥਿਓਰੀਜ਼ ਤੋਂ ਮੁਕਤ ਹੋ ਕੇ, ਜਿਹੜੀਆਂ ਵੈਸਟਰਨ, ਉਹ ਤੋਂ ਮੁਕਤ ਹੋ ਕੇ ਤੁਸੀਂ ਨੰਗੀ ਅੱਖ ਨਾਲ ਦੇਖੋ ਪੰਜਾਬ ਕੀ ਹੈ।
ਉਹਦਾ ਇਤਿਹਾਸ ਪਿਆ ਹੈ। ਉਹ ਸਾਰੇ ਇਤਿਹਾਸ ਨੂੰ ਉਸ ਤਰ੍ਹਾਂ ਦੇਖੋ। ਹੁਣ ਇਤਿਹਾਸ ਨੂੰ ਜਦੋਂ ਬੰਦਾ ਦੇਖਦਾ ਉਹ ਕਿਸ ਦ੍ਰਿਸ਼ਟੀ ਤੋਂ ਦੇਖਦਾ ਹੈ? ਜੇ ਤਾਂ ਇੱਕ ਨੇਸ਼ਨ ਵਾਲੀ ਗੱਲ ਦੇਖਣੀ ਹੈ ਵੀ ਇਹ ਇੱਕ ਪੰਜਾਬੀ ਕੌਮੀਅਤ ਹੈ, ਸਾਂਝੀ ਕੌਮ ਹੈ, ਫਿਰ ਸਾਰੀ ਹਿਸਟਰੀ ਉਹ ਇਸ ਤਰ੍ਹਾਂ ਦੇਖਦੇ ਨੇ, ਇੱਥੇ ਸਿੱਖਾਂ ਨੇ ਗੜਬੜ ਕਰਤੀ, ਇੱਥੇ ਆਰੀਆ ਸਮਾਜ ਨੇ ਗੜਬੜ ਕਰਤੀ, ਆ ਦੋ ਕਲਪਰੇਟ ਦਿਸ ਜਾਂਦੇ ਆ ਵੀ ਦੋਹਾਂ ਨੇ ਉਹ ਸਾਂਝੀ ਹਸਤੀ ਨੂੰ ਤੋੜਤਾ। ਐਂ ਕਿਤੇ ਹਸਤੀਆਂ ਕੌਮਾਂ ਦੀਆਂ ਟੁੱਟਦੀਆਂ ਹੁੰਦੀਆਂ, ਦੱਖਣ 'ਚ ਕਿਉਂ ਨਾ ਤੋੜਤੀ ਕਿਸੇ ਨੇ। ਸੋ ਜਿਹਦਾ ਮਤਲਬ ਤੁਹਾਨੂੰ ਇਹਦੇ ਬਾਰੇ ਰੀਥਿੰਕ ਕਰਨਾ ਚਾਹੀਦਾ ਹੈ। ਕਿ ਮੈਂ ਕਹਿ ਰਿਹਾ ਜਮੇਰ ਸਿੰਘ ਦਾ ਆਈਡੀਆ ਆਫ ਪੰਜਾਬ ਕੀ ਹੈਗਾ? ਮੇਰੇ ਮੁਤਾਬਕ ਤਾਂ ਇਹ ਆਈਡੀਆ ਪਹਿਲਾਂ ਵੀ ਦਿੱਤਾ ਕਿ ਇਹ ਗੁਰੂਆਂ ਦੀ ਬਰੋਸਾਈ ਧਰਤੀ ਹੈ, ਅਤੇ ਉਸ ਮੁਤਾਬਕ ਜਿਹੜੀ ਪੰਜਾਬ ਦੀ ਇੱਕ ਪਛਾਣ ਉੱਭਰੂਗੀ ਉਹ ਪੱਛਮੀ ਥਾਟ ਮੁਤਾਬਕ ਨਹੀਂ, ਉਹ ਗੁਰੂਆਂ ਦੀ ਜੋ ਗੁਰਬਾਣੀ ਹੈ, ਕਿਉਂਕਿ ਉਹਨਾਂ ਵੀ ਤਾਂ ਇੱਕ ਨੌਲੇਜ ਪ੍ਰੋਡਿਊਸ ਕੀਤੀ ਹੈ ਨਾ। ਉਹਦਾ ਐਪਿਕ ਸੈਂਟਰ ਸਿੱਖ ਹੋਣਗੇ ਨੇਚਰਲੀ। ਸਿੱਖ ਕੋਈ ਇਹ ਨਹੀਂ ਵੀ ਉਹ ਨਸਲੀ ਤੌਰ 'ਤੇ ਸਿੱਖ ਹੋਣ, ਕੋਈ ਵੀ ਹੋ ਸਕਦੇ ਨੇ, ਸਿੱਖ ਹੀ ਬਣ ਜਾਣਗੇ। ਤੇ ਸਿੱਖ ਕਿੱਥੋਂ ਆਏ? ਬੋਰਨ ਸਿੱਖ ਤਾਂ ਕੋਈ ਵੀ ਨਹੀਂ ਸੀ। ਜਿਹੜੇ ਬੰਦੇ ਉਸ ਦੇ ਲੜ ਲੱਗ ਗਏ ਉਹ ਸਿੱਖ ਬਣੀ ਗਏ। ਕੋਈ ਕਿਤੋਂ ਆਇਆ, ਮੁਸਲਮਾਨਾਂ 'ਚੋਂ ਕਿੰਨੇ ਆਏ, ਹਿੰਦੂਆਂ 'ਚੋਂ ਕਿੰਨੇ ਆਏ, ਅੱਪਰ ਕਾਸਟ 'ਚੋਂ ਆਏ, ਲੋਅਰ 'ਚੋਂ ਆਏ, ਹਰ ਕਿਸਮ ਦੇ ਆਏ। ਉੱਥੇ ਉਹਦੀ ਹਸਤੀ ਖਤਮ ਹੋ ਜਾਂਦੀ ਹੈ। ਸੋ ਕਿਸੇ ਖਿੱਤੇ ਦਾ ਇਤਿਹਾਸਕ ਵਿਕਾਸ ਕਿਵੇਂ ਹੋਇਆ ਹੈ? ਜਿੱਥੇ ਇਲਹਾਮ ਆ ਗਿਆ, ਰੈਵੋਲਿਊਸ਼ਨ ਹੋ ਗਈ, ਦੈਵੀ ਪ੍ਰਕਾਸ਼ ਹੋ ਗਿਆ, ਤੇ 240 ਸਾਲ ਰੂਹਾਨੀ ਪ੍ਰਵਾਹ ਚੱਲਿਆ ਨਿਰੰਤਰ 10 ਜਾਮਿਆਂ 'ਚ। ਉੱਥੇ ਫਿਰ ਪਹਿਲਾਂ ਕੀ ਸੀ ਉਹ ਗੱਲਾਂ ਸਾਰੀਆਂ ਸੈਕੰਡਰੀ ਹੋ ਜਾਂਦੀਆਂ। ਐਂ ਹੋਇਆ ਹੈ। ਅਰਬ ਹੈ, ਅਰਬ ਦਾ ਕਿਤੇ ਅੱਜ ਦਾ ਇਤਿਹਾਸ ਹੈ, ਹਜ਼ਾਰਾਂ ਸਾਲਾਂ ਦਾ ਇਤਿਹਾਸ ਹੈ, ਪਰ ਇਸਲਾਮ ਦੀ ਆਮਦ ਤੋਂ ਬਾਅਦ ਉਹਦੀ ਪਛਾਣ ਕੀ ਬਣ ਗਈ? ਸੋ ਜਿਹੜਾ ਪੈਗੰਬਰ ਦਾ ਆਉਣਾ ਜਾਂ ਇਲਹਾਮ ਦਾ ਹੋਣਾ, ਇਹਦੇ 'ਤੇ ਹਿਸਟੋਰੀਕਲ ਡਿਵੈਲਪਮੈਂਟ ਦੇ ਨਿਯਮ ਲਾਗੂ ਨਹੀਂ ਹੁੰਦੇ, ਅਤੇ ਮਾਡਰਨ ਥਾਟ ਨੂੰ ਇਹ ਗੱਲ ਡਾਈਜੈਸਟ ਨਹੀਂ ਹੁੰਦੀ, ਉਹ ਸਭ ਕੁਝ ਕੋਲੈਪਸ ਕਰਦਾ ਹੈ। ਪਰ ਜਿਵੇਂ ਤੁਸੀਂ ਕਹਿ ਰਹੇ ਹੋਗੇ, ਉਸ ਤੋਂ ਬਾਅਦ ਆਪਾਂ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖਦੇ ਹਾਂ, ਇੱਕ ਸਾਂਝਾ ਪੰਜਾਬ 47 ਤੋਂ ਪਹਿਲਾਂ ਦਾ ਜਿਹੜਾ ਸਾਂਝਾ ਹੀ ਹੋਊ। ਗੁਰੂ ਦੇਖੋ, ਗੁਰੂ ਤਾਂ ਇਨਕਲੂਸਿਵ ਹੈ। ਆਪਾਂ ਧਰਮ ਬਾਰੇ ਵੀ ਉਹੀ ਗੱਲ ਜਿਹੜੀ ਪ੍ਰੋਬਲਮ ਹੈ ਯਾਦਵਿੰਦਰ, ਫਿਰ ਇਹ ਸਮੱਸਿਆਵਾਂ ਹੋਈਆਂ ਕਿੱਥੋਂ ਕ੍ਰੀਏਟ? ਮਾਡਰਨਿਟੀ 'ਚੋਂ। ਆਰੀਆ ਸਮਾਜ ਕਿੱਥੋਂ ਪੈਦਾ ਹੋ ਗਿਆ? ਹਿੰਦੁਸਤਾਨ 'ਚ ਨੇਸ਼ਨ ਦਾ ਆਈਡੀਆ ਨਾ ਆਉਂਦਾ, ਇੰਡੀਆ ਨੂੰ ਇਸ ਤਰ੍ਹਾਂ ਡਿਸਕ੍ਰਾਈਬ ਨਾ ਕੀਤਾ ਜਾਂਦਾ ਵੀ ਇਟਸ ਏ ਸਿੰਗਲ ਨੇਸ਼ਨ, ਇਹ ਕੋਈ ਪ੍ਰੋਬਲਮ ਆਉਣੀ ਕੋਈ ਨਹੀਂ ਸੀ। ਹਿੰਦੂ ਜਿਹੜਾ ਹੈਗੇ ਅੱਪਰ ਕਾਸਟ ਹਿੰਦੂ ਇੰਟਲੈਕਟ, ਉਹਨਾਂ ਨੇ ਡਿਫਾਈਨ ਕੀਤਾ, ਕ੍ਰੀਏਟ ਕੀਤਾ ਵਿਦ ਦੀ ਕੋਲੈਬੋਰੇਸ਼ਨ ਆਫ ਓਰੀਐਂਟਲਿਸਟਸ, ਜਿਹੜੇ ਪੱਛਮ ਵਾਲੇ ਹੈ, ਉਹਨਾਂ ਦੇ ਕੋਲੈਬੋਰੇਸ਼ਨ ਨਾ ਹੋਇਆ ਕਿੱਡਾ 100 ਸਾਲ ਲੱਗਿਆ ਉਹ ਬਾਡੀ ਆਫ ਨੌਲੇਜ ਪੈਦਾ ਕਰਨ ਨੂੰ। ਇੰਡੀਆ ਕੀ ਹੈ? ਆਈਡੀਆ ਆਫ ਇੰਡੀਆ। ਇਹ ਇਹਨਾਂ ਦੀ ਓਰੀਜਨਲ ਥਿੰਕਿੰਗ ਥੋੜ੍ਹਾ ਹੈ। ਪਰ ਜਿਹੜੇ ਤੁਹਾਡੇ ਕਾਊਂਟਰ 'ਚ ਜਿਵੇਂ ਸਮੇਲ ਕਹਿ ਰਿਹਾ ਹੈਗਾ ਕਿ ਇਹ ਤਾਂ ਜਿਹੜੀ ਇਨਕਲੂਸਿਵ ਵਾਲੀ ਗੱਲ ਆ ਉਹ ਇੱਥੋਂ ਖਤਮ ਕੀਤੀ ਇਹਨਾਂ ਧਰਾਵਾਂ ਨੇ, ਜਿਹੜੇ ਆਪਦੇ ਆਪ ਨੂੰ ਮਿਨੀਮਾਈਜ਼ ਕਰਦੇ ਗਏ, ਉਹਨਾਂ 'ਤੇ ਸਵਾਲ ਖੜੇ ਕਰਦੇ। ਮਿਨੀਮਾਈਜ਼ ਕੌਣ ਕਰਦਾ ਹੈ? ਮਿਨੀਮਾਈਜ਼ ਕਰਦਾ ਨੇਸ਼ਨ ਵਾਲਾ। ਗੁਰਬਾਣੀ ਵਾਲਾ ਬੰਦਾ ਕਿਵੇਂ ਮਿਨੀਮਾਈਜ਼ ਕਰ ਲੂਗਾ? ਕਿਤੇ ਸਾਰੇ ਇਤਿਹਾਸ ਦੇ ਵਿੱਚ 18ਵੀਂ 'ਚ ਸਿੱਖ ਇਸ ਤਰ੍ਹਾਂ ਹੋਏ? ਸਾਰਿਆਂ 'ਚ ਹੀ ਰਹਿੰਦੇ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ 13% ਪਾਪੂਲੇਸ਼ਨ ਸੀ ਨਾ, ਇਹ ਕ੍ਰਿਸ਼ਮਾ ਨਹੀਂ ਸੀ ਵੀ ਕਿਤੇ ਵੀ ਕੋਈ ਉਜਰੀ ਕੋਈ ਨਹੀਂ। ਇਹ ਜਿਹੜੇ ਗਿਣਤੀਆਂ ਦੀ ਗੱਲ ਹੈ, ਸਾਰਾ ਕੁਛ ਹੈ ਤਾਂ ਮਾਡਰਨਿਟੀ ਨਾਲ ਆਈ ਹੈ। ਬੰਦੇ ਤੋਂ ਦੇਖਣੀ ਐ ਲੱਗੇ ਮਿਨੋਰਟੀ 'ਚ ਅਸੀਂ ਮੈਜੋਰਟੀ 'ਚ ਹਾਂ, ਮਿਨੋਰਟੀ ਵਾਲੇ 'ਚ ਇਨਫੀਰੀਅਰਿਟੀ ਕੰਪਲੈਕਸ ਆ ਜੂ, ਮੈਜੋਰਟੀ ਵਾਲੇ 'ਚ ਐਰੋਗੈਂਸ ਆਊਗੀ। ਮੈਜੋਰਟੀ ਮੈਂ ਕਹਿ ਰਿਹਾ ਪੰਜਾਬ ਦੇ ਅੰਦਰ ਵੱਖ-ਵੱਖ ਧਰਮ ਰਹੇ, ਵੱਖ-ਵੱਖ ਕਾਸਟਾਂ ਰਹੀਆਂ। ਜੇ ਧਰਮਾਂ ਦੀ ਗੱਲ ਹੀ ਆਪਾਂ ਕਰ ਲਈਏ, ਜੇ ਕੋਈ ਦੂਜਾ ਐ ਕਲੇਮ ਕਰੇ, ਜਿਵੇਂ ਮੰਨ ਲਓ ਸਿੱਖੀ ਦੇ ਐਂਗਲ ਤੋਂ ਕਲੇਮ ਕੀਤਾ ਜਾਂਦਾ, ਕੋਈ ਦੂਜਾ ਵੀ ਐ ਕਲੇਮ ਕਰ ਸਕਦਾ ਗਾ ਕਿ ਸਾਡੇ ਵੀ ਇੱਥੇ ਤਾਂ ਐਂ ਤਾਂ ਹੈ ਨਹੀਂ ਗਾ ਕਿ ਉਰੇ ਹਿੰਦੂਇਜ਼ਮ ਦੇ ਉੱਤੇ ਬਹੁਤ ਜ਼ਬਰਦਸਤ ਕੰਮ ਹੈ। ਲਿਆਵੇ ਇਸਲਾਮ ਤੇ ਹਿੰਦੂ ਹੀ ਹੈ ਨਾ ਮੇਨ ਤਾਂ ਇੱਥੇ।
ਉਹ ਲਿਆਉਣ ਇਹ ਗੱਲ ਵੀ ਸਾਡੇ ਧਰਮ ਦੇ ਵਿੱਚ ਕੋਈ ਐਕਸਕਲੂਸਿਵ ਗੱਲ ਹੈ ਹੀ ਨਹੀਂ। ਉਹਨਾਂ ਦੇ ਧਰਮ ਗ੍ਰੰਥ ਪਏ ਨੇ, ਉਹਨਾਂ ਦੀ ਲੰਮੀ ਪ੍ਰੈਕਟਿਸ ਪਈ ਹੈ। ਕਹਿਣ ਨਾਲ ਨਹੀਂ ਵੀ ਜੋ ਉਹ ਕਹਿ ਲੈਣ, ਡਿਬੇਟ ਹੋ ਜਾਊਗੀ। ਇਹ ਪੰਜਾਬ ਤੇ ਕਲੇਮ ਤਾਂ ਉਹ ਕਰ ਸਕਦੇ ਨਾ ਆਪਣੇ ਇਤਿਹਾਸ ਦੇ ਹਵਾਲਿਆਂ ਦੇ ਨਾਲ, ਉਹਨਾਂ ਦਾ ਵੀ ਕਲੇਮ ਹੋ ਸਕਦਾ ਪੰਜਾਬ ਦੇ ਉੱਤੇ। ਕਿਵੇਂ? ਆਧਾਰ ਕੀ ਹੋ ਉਹਦਾ? ਜਿਵੇਂ ਜਿਹੜਾ ਤੁਸੀਂ ਕਹਿੰਦੇ ਹੋ ਧਾਰਾ ਪ੍ਰਭਾਵ ਚੱਲਿਆ ਰੂਹਾਨੀ, ਉਹ ਕਹਿਣਗੇ ਆਪਦੀਆਂ ਐਗਜ਼ਾਮਪਲਾਂ ਲਿਆ ਕੇ ਉਹ ਦੱਸ ਦੇਣਗੇ ਕਿ ਸਾਡਾ ਵੀ ਇੱਕ ਉਰੇ ਕਲੇਮ ਆਗਾ। ਕਿਹੜਾ ਤੁਸੀਂ ਦੱਸੋ, ਨਾਮ ਲਾਓ ਨਾ। ਇੱਥੇ ਇਸਲਾਮ ਦਾ ਕਿਹੜਾ ਰੂਹਾਨੀ ਪ੍ਰਵਾਹ ਚੱਲਿਆ? ਕਿਹੜਾ ਪੈਗੰਬਰ ਆਇਆ? ਜਿਵੇਂ ਸੂਫੀਆਂ ਦੇ ਹਵਾਲੇ ਨਾਲ ਗੱਲ ਉਹ ਕਰ ਸਕਦਾ ਗੱਲ ਇਸਲਾਮ। ਉਹ ਵੱਖਰੀ ਆ ਗੱਲ। ਹਿੰਦੂ ਇੱਥੋਂ ਵੇਦ ਤਮਾਮ ਨਹੀਂ, ਜਿਹੜੀਆਂ ਉਹ ਤਾਂ ਹਿੰਦੂਆਂ ਕੋਲੇ ਦੁਆਬੇ ਦੀਆਂ 10 ਉਦਾਹਰਨਾਂ ਉਹ ਦੇ ਤਾਂ ਦੇਣਗੇ। ਹੋਣਗੇ। ਸਾਰੀ ਦੁਨੀਆ 'ਚ ਖਿਲਰਦਾ ਫਿਰ ਉਹ। ਤੁਸੀਂ ਮਤਲਬ ਪੈਗੰਬਰ ਦਾ ਤੇ ਦੂਜੇ ਬੰਦਿਆਂ ਦਾ ਫਰਕ ਨਾ ਮੇਟੋ। ਪੈਗੰਬਰ ਕਿਹੜੀ ਧਰਤੀ, ਇੱਥੇ ਇਸ ਪੰਜਾਬ ਦੀ ਧਰਤੀ ਤੇ ਹੋਰ ਕਿਹੜਾ ਪੈਗੰਬਰ? ਫਿਰ ਇੱਕ ਨਹੀਂ ਮਤਲਬ 10 ਜਾਮੇ, ਜਿਹੜਾ ਧਰਮਾਂ ਦੇ ਇਤਿਹਾਸ 'ਚ ਹੀ ਵਿਲੱਖਣ ਆ। ਕਿਤੇ ਵੀ ਦੁਨੀਆ ਦਾ ਕੋਈ ਧਰਮ ਇਸ ਤਰ੍ਹਾਂ ਨਹੀਂ, ਪੈਗੰਬਰ ਇੱਕੋ ਹੀ ਹੋਇਆ ਕਿਸੇ ਦਾ। ਸੋ ਇਹ ਜਿਹੜੀ ਗੱਲ ਇੰਨੀ ਵਿਲੱਖਣਤਾ ਹੈ, ਇਹਨੂੰ ਇਸ ਤਰ੍ਹਾਂ ਦੇਖਣ ਲੱਗ ਜਾਣਾ ਵੀ ਇਹ ਤਾਂ ਸਾਡੇ ਵਿਰੁੱਧ ਹੈ, ਅਸੀਂ ਇੱਥੇ ਸੇਫ ਨਹੀਂ। ਹੁਣ ਜਿਵੇਂ ਤੁਹਾਡੀ ਗੱਲ ਨੂੰ ਕੋਈ ਐਕਸਕਲੂਸਿਵ ਕਹਿ ਸਕਦਾ ਨਾ, ਕਿਵੇਂ ਨੇ ਜਿਵੇਂ ਤੁਸੀਂ ਇਹਨੂੰ ਇਨਕਲੂਸਿਵ ਕਹਿੰਦੇ ਹੋ, ਕੋਈ ਕਹਿ ਸਕਦਾ ਹੈ ਐਕਸਕਲੂਸਿਵ ਗੱਲ ਹੈ। ਅੰਦਰ ਕਹਿਣ ਤੋਂ ਕੋਈ ਨਹੀਂ ਰੋਕ ਸਕਦਾ, ਕੋਈ ਨਹੀਂ ਰੋਕ ਸਕਦਾ। ਪਰ ਗੱਲ ਅੰਤਮ ਨਿਬੇੜਾ ਕਿਵੇਂ ਹੋਊ? ਲੌਜਿਕ ਨਾਲ ਸਿੱਧ ਕਰੋ ਵੀ ਇਹ ਐਕਸਕਲੂਸਿਵ ਕਿਵੇਂ। ਜੇ ਐਕਸਕਲੂਸਿਵ ਹੁੰਦੀ ਇਹ 13% ਦੇ ਰਾਜ ਨੂੰ ਇਹ ਇੱਥੇ ਮਨਜ਼ੂਰ ਹੋ ਜਾਂਦਾ। ਫਿਰ ਮਾਡਰਨਿਟੀ ਵੀ ਤਾਂ ਸਭ ਤੋਂ ਵੱਧ ਲੌਜਿਕ ਦੀ ਚੱਲਦੀ ਹੈ। ਮਾਡਰਨਿਟੀ ਵੀ ਕਹਿੰਦੀ ਹੈ ਸਾਡੇ ਕੋਲ ਲੌਜਿਕ ਨੇ ਸਾਰੀਆਂ ਗੱਲਾਂ ਦੇ। ਉਹ ਲੌਜਿਕ, ਉਹ ਤਾਂ ਕਹਿੰਦੇ 2 ਜੋੜ 2 4 ਅਸੀਂ 1 ਮਿੰਟ 'ਚ ਕਰ ਦਿੰਦੇ ਹਾਂ। ਆਹ ਲੌਜਿਕ ਦੀ ਜਿਹੜਾ ਮਾਡਰਨਿਟੀ ਦਾ ਲੌਜਿਕ ਹੈ ਉਹੀ ਪ੍ਰੋਬਲਮ ਦੀ ਜੜ ਹੈ। ਫਲਾਡ ਲੌਜਿਕ ਹੈ, ਉਹ ਲੋਅਰ ਲੈਵਲ ਦਾ ਲੌਜਿਕ ਹੈ। ਉੱਥੇ ਤਾਂ ਜਿਹੜੇ ਹਾਇਰ ਐਕਸਪੀਰੀਅੰਸ ਜਾਂ ਜ਼ਿੰਦਗੀ ਦੇ, ਉਹਦੇ ਵਾਸਤੇ ਤਾਂ ਜਗ੍ਹਾ ਹੀ ਕੋਈ ਨਹੀਂ। ਜ਼ਿੰਦਗੀ ਨੂੰ ਤਾਂ ਦੇਖਦੀ ਹੋਰ ਤਰ੍ਹਾਂ। ਇਸੇ ਨੇ ਤਾਂ ਸਾਰੀ ਜੜ ਪੁੱਟੀ ਹੈ, ਧਰਮਾਂ ਦੀ ਵੀ ਤੇ ਲੋਕਾਂ ਦੀ ਵੀ, ਸਮਾਜ ਦੀ, ਜੀਵਨ ਦੀ। ਹੁਣ ਉਹ ਵੈਲਿਊਜ਼ ਜਿਹੜੀਆਂ ਸੀਗੀਆਂ, ਮਤਲਬ ਮੋਰਲ ਵੈਲਿਊਜ਼, ਉਹ ਇਕੱਲੇ ਸਿੱਖਾਂ 'ਚ ਥੋੜ੍ਹਾ ਗਈਆਂ। ਕੋਈ ਬਚਿਆ ਹੁਣ ਉੱਥੋਂ ਦੁਨੀਆ 'ਚ ਹੀ। ਆਫਟਰ ਆਲ ਜੇ ਐਡੀ ਵੱਡੀ ਡੀਜਨਰੇਸ਼ਨ ਆ ਗਈ, ਇਹਦੀ ਕੋਈ ਤੁਹਾਡੇ ਕੋਲ ਵਿਆਖਿਆ ਤਾਂ ਹੋਵੇ ਨਾ। ਅਸੀਂ ਪਿਛਲਾ ਐਪੀਸੋਡ ਸਮੇਲ ਨੇ ਕਿਹਾ ਕਿ ਜਿਵੇਂ ਸਿੱਖ ਰੁੱਸਦੇ ਆ, ਅਸੀਂ ਸਿੱਖਾਂ ਦੇ ਨਾਲ ਹਿੰਦੂ ਰੁੱਸ ਸਕਦੇ ਆ, ਮੁਸਲਮਾਨ ਰੁੱਸ ਸਕਦੇ ਆ। ਫਿਰ ਇਹ ਜਦਵਿੰਦਰ ਕੋਈ ਦਲੀਲ ਥੋੜਾ ਹੁੰਦੀ ਹੈ। ਜੇ ਉਹ ਐਂ ਕਰ ਦੇਣ ਫਿਰ ਉਹ ਵੀ ਰੁੱਸ ਸਕਦੇ ਨੇ। ਉਹ ਕਹਿੰਦੇ ਇਹਦਾ ਅੰਤ ਨਹੀਂ ਕੋਈ। ਇਹਦੇ ਕਹਿਣ ਦਾ ਮਤਲਬ ਇਹ ਸੀ ਕੋਈ ਅੰਤ ਹੈਗਾ ਨਹੀਂ ਇਸ ਗੱਲ ਦਾ। ਅੰਤ ਹੈਗਾ, ਅੰਤ ਹੈਗਾ। ਮਤਲਬ ਤੁਸੀਂ ਆਧਾਰ ਪੇਸ਼ ਕਰੇ ਨਾ ਬੰਦਾ। ਮਾਰਕਸਵਾਦ ਦੇ ਆਧਾਰ ਪੇਸ਼ ਕਰ ਸਕਦਾ ਹੀ ਮੈਂ ਇਨਕਲੂਸਿਵ ਆ, ਕੋਈ ਕਰ ਸਕਦਾ ਮਾਰਕਸਵਾਦ 'ਚੋਂ। ਨਹੀਂ, ਐ ਤਾਂ ਹਿੰਦੂਇਜ਼ਮ ਕਹਿੰਦਾ ਵਾਸੂਦੇਵ ਕੁਟੁੰਬਮ ਦੀ ਜਦੋਂ ਗੱਲ ਕਰਦੇ ਆ, ਉਹ ਸਾਡੇ ਤੋਂ ਐਕਸਕਲੂਸਿਵ ਕੋਈ ਨਹੀਂ ਹੈਗਾਗਾ। ਦੇਖੋ ਇਸਲਾਮ ਕੋਲ ਵੀ ਧਾਰਨਾ ਹੋਣਗੀਆਂ, ਮਾਡਰਨਿਟੀ। ਉਦਾਹਰਨਾਂ ਦੀ ਗੱਲ ਨਹੀਂ, ਧਰਮ ਗ੍ਰੰਥਾਂ ਦੀ ਗੱਲ ਹੈ। ਇੱਕ ਗੱਲਾਂ ਆ ਵੀ ਕਹੀ ਪਈ ਹੈ, ਉਹ ਵੀ ਕਹੀ ਪਈ ਹੈ। ਮਾਰਕਸ ਦੀਆਂ ਵੀ ਬਹੁਤ ਗੱਲਾਂ ਕਹੀਆਂ ਪਈਆਂ। ਗੱਲ ਜਿਹੜੀ ਹੁੰਦੀ ਹੈ ਡਿਟਰਮਨਿੰਗ ਜਾਂ ਫੈਸਲਾ, ਸਟ੍ਰੈਟਜਿਕ ਥਿੰਕਿੰਗ ਦਾ ਪਾਰਟ ਬਣੀ ਕਿ ਨਹੀਂ ਤੁਹਾਡੀ? ਕਹਿਣ ਨੂੰ ਤਾਂ ਬੰਦੇ ਬਹੁਤ ਕੁਝ ਕਹਿ ਜਾਂਦੇ ਆ। ਹਰ ਵੱਡੇ ਸਕਾਲਰ ਦੀਆਂ ਤੁਸੀਂ ਗੱਲਾਂ ਇਹ ਜੇ ਤੁਹਾਨੂੰ ਮਿਲ ਜਾਣਗੀਆਂ, ਜਿਹੜੀਆਂ ਐਂ ਲੱਗੂ ਯਾਰ ਇਹ ਤਾਂ ਬਹੁਤ ਚੰਗੀਆਂ। ਮੌਜੇ ਤੁੰਗ ਦੀਆਂ, ਤੈਨੂੰ ਮੌਜੇ ਤੁੰਗ ਦੀਆਂ ਜਿਹੜੀਆਂ ਗੱਲਾਂ ਕੁਛ ਉਹਦੀਆਂ ਉਹ ਜਿਹੜੀਆਂ ਪੋਲਿਸ਼ਡ ਰਾਈਟਿੰਗ ਤੋਂ ਪਾਸੇ ਛੱਡ ਕੇ ਤਾਂ ਬਹੁਤ ਹੀ ਕਮਾਲ ਦੀਆਂ ਉਹਨੇ ਗੱਲਾਂ ਕੀਤੀਆਂ। ਪਰ ਉਹ ਗੱਲਾਂ ਮੌਜੇ ਤੁੰਗ ਦੀ ਕਦੇ ਵੀ ਸਟ੍ਰੈਟਜਿਕ ਥਿੰਕਿੰਗ ਦਾ ਪਾਰਟ ਨਹੀਂ ਬਣੀਆਂ। ਇਸ ਕਰਕੇ ਪ੍ਰੈਕਟਿਸ ਨਹੀਂ ਉਹਦੇ ਮੁਤਾਬਕ ਚੱਲੀ। ਕਹਿਣ ਨੂੰ ਤਾਂ ਉਹਨੇ ਇਹ ਵੀ ਕਿਹਾ ਵੀ ਸਾਨੂੰ ਜਿੱਥੇ ਮੁਸਲਮਾਨ ਉੱਥੇ ਸੂਰ ਰੱਖਣ ਤੋਂ ਗੁਰੇਜ਼ ਕਰਨਾ ਚਾਹੀਦਾ। ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੋਈ ਵੀ ਠੇਸ ਨਹੀਂ ਪਹੁੰਚਣੀ ਚਾਹੀਦੀ। ਅਤੇ ਲੈਨਨ ਜਿੰਨਾ ਇਹ 'ਤੇ ਸੈਂਸਿਟਿਵ ਸੀਗਾ ਇਸ ਮਾਮਲੇ 'ਚ ਵੀ ਈਵਨ ਉਹਨਾਂ ਦੀਆਂ ਜਿਹੜੀਆਂ ਸ਼ਰੀਅਤ ਕੋਰਟਸ ਹੈ ਉਹ ਵੀ ਚੱਲਣ ਦਿਓ, ਉਹ ਵੀ ਨਹੀਂ ਛੇੜਨੀਆਂ। ਇਹ ਸਾਰੀਆਂ ਗੱਲਾਂ ਬੰਦਿਆਂ ਦੇ ਸੀ ਥਿੰਕਿੰਗ ਦਾ ਪਾਰਟ, ਪਰ ਸਟ੍ਰੈਟਜਿਕ ਥਿੰਕਿੰਗ ਦਾ ਪਾਰਟ ਨਹੀਂ, ਜਿੱਥੋਂ ਬੰਦੇ ਦੀ ਪ੍ਰੈਕਟਿਸ ਨਿਕਲਣੀ ਹੈ। ਕਿਸੇ ਵੀ ਸਕਾਲਰ ਦੀ ਕਹਿ ਲਓ, ਲੀਡਰ ਦੀ ਕਹਿ ਲਓ। ਤੁਸੀਂ ਐਂ ਤਾਂ ਗੱਲਾਂ ਫੜ ਲਈਆਂ ਵੀ ਇੱਕੋ ਨੇ ਆ ਵੀ ਕਹੀ ਹੈ, ਇੱਕੋ ਨੇ ਆ ਵੀ ਕਹੀ ਹੈ। ਮਾਡਰਨ ਸਟੇਟ ਦਾ ਤਾਂ ਪੂਰਾ ਖਾਕਾ ਵੈਸੇ ਸਭ ਨੂੰ ਖੁਸ਼ ਰੱਖਣ ਦਾ।
ਨਾ ਕਲੇਮ ਕਰਕੇ ਯੂਰਪ ਬਹੁਤ ਸਾਰੀਆਂ ਥਾਵਾਂ ਤੇ ਤਾਂ ਉਹਨਾਂ ਨੇ ਕੀਤਾ ਪ੍ਰੈਕਟਿਸ ਦੇ ਅੰਦਰ ਕੌਣ ਕਹਿੰਦਾ ਕਿਸ ਵੀ ਕੀਮਤ ਤੇ? ਅਸੀਂ ਸੈਕੂਲਰ ਹਾਂ, ਅਸੀਂ ਸਭ ਨੂੰ ਕਿਸੇ, ਇੱਥੇ ਕੋਈ ਧਰਮ ਦਾ ਮਸਲਾ ਨਹੀਂ, ਇੱਥੇ ਕੋਈ ਜਾਤਾਂ ਦਾ ਮਸਲਾ ਨਹੀਂ। ਕਲੇਮ ਦੇ ਅੰਦਰ ਉਹ ਥੋੜਾ ਕੋਸ਼ਿਸ਼ ਵੀ ਕਰਦੇ ਆ ਕਰਨ ਦੀ। ਉਹ ਵੱਖਰੀ ਗੱਲ, ਉਹ ਤਾਂ ਕੋਈ ਵੀ ਸਟੇਟ, ਜਿਵੇਂ ਮੰਨ ਲਓ ਜਿਹੜਾ ਆਈਡੀਆ ਤੁਸੀਂ ਕਹਿੰਦੇ ਜਦੋਂ ਸਟੇਟ ਬਣੂਗੀ ਜਾਂ ਜਦੋਂ ਉਹਨਾਂ ਦੇ ਇਸ ਦਾਅਵੇ ਨੂੰ ਹਕੀਕਤ ਦੀ ਰੌਸ਼ਨੀ 'ਚ ਪਰਖੋ। ਯਹੂਦੀਆਂ ਪ੍ਰਤੀ ਇਨਕਲੂਸਿਵ ਹੋਇਆ ਕੋਈ ਵੀ ਸਟੇਟ, ਪੱਛਮੀ ਯੂਰਪ ਦੀ ਜਿੱਥੇ ਸਭ ਤੋਂ ਸਿਵਲਾਈਜੇਸ਼ਨ ਦੀ ਜਨਮ ਭੂਮੀ ਗੜ੍ਹ ਹੋਈ, ਕਿਤੇ ਵੀ ਹੋਰ ਕਿਹੜਾ ਧਰਮ ਸੀ ਉਦੋਂ ਉੱਥੇ? ਇਸਲਾਮ ਪ੍ਰਤੀ ਹੋਈ। ਹੁਣ ਤਾਂ ਅੱਜ ਤੋਂ 15 ਸਾਲ ਪਹਿਲਾਂ ਤਾਂ ਕੋਈ ਇਹ ਕਹਿ ਸਕਦਾ ਸੀ, ਅੱਜ ਵੀ ਕਹਿ ਸਕਦਾ ਕੋਈ ਫਰਾਂਸ ਤੇ ਜਰਮਨੀ ਬਾਰੇ। ਉਦੋਂ ਵੱਧ ਤਾਂ ਕੋਈ ਨਹੀਂ ਨਾ ਡਿਵੈਲਪਡ ਜਾਂ ਸਿਵਲਾਈਜ਼ਡ। ਕਿੰਨੀ ਇੰਟੋਲਰੈਂਸ ਹੈ ਆ ਸਿੱਖਾਂ ਪ੍ਰਤੀ ਵੀ, ਸਿੰਬਲਸ ਪ੍ਰਤੀ। ਐਡਾ ਖਤਰਾ ਖੜਾ ਹੋ ਗਿਆ। ਮੰਨ ਲਓ ਜੇ ਕੋਈ ਬੰਦਾ ਜੂੜਾ ਕਰਕੇ ਆ ਗਿਆ ਸਕੂਲ 'ਚ ਬੱਚਾ, ਵੀ ਪਤਾ ਨਹੀਂ ਸਾਡਾ ਕੀ ਹਿੱਲ ਜੂ। ਇਨਸਿਕਿਉਰਿਟੀ ਨੇਸ਼ਨ ਸਟੇਟ ਦੀ ਜਨਮਜਾਤ ਹੈ। ਇਹ ਤਾਂ ਮੰਨ ਲਓ ਜਿਵੇਂ ਇੱਕ ਮਾਡਲ ਬਣੇ ਹੋਏ ਨੇ, ਬਣਦੇ ਮਾਡਲਾਂ 'ਚ ਬਹੁਤ ਸਾਰਾ ਸਮੱਸਿਆ। ਮੰਨ ਲਓ ਇਹੋ ਜਿਹਾ ਮਾਡਲ ਜਿਵੇਂ ਤੁਸੀਂ ਕਹਿ ਰਹੇ ਹੋ ਬਣ ਜੇ, ਇੱਕ ਸਟੇਟ ਬਣ ਜੇ, ਜਾਂ ਤੁਸੀਂ ਕਹਿ ਰਹੇ ਹੋ ਕਿ ਸਾਡੀ ਤੇ ਨੇਸ਼ਨ ਸਟੇਟ ਨਹੀਂ ਹੋਊਗੀ, ਰਵਾਇਤ 'ਚ ਉਹਦੀਆਂ ਚੀਜ਼ਾਂ ਆ ਜਾਣਗੀਆਂ ਮੰਨ ਲਓ, ਤਾਂ ਇਹ ਤਾਂ ਕਲੇਮ ਹੀ ਆ ਨਾ। ਬਾਅਦ 'ਚੋਂ ਇੱਥੇ ਹਿੰਦੂ ਭਾਈਚਾਰਾ ਵੀ ਹੈ, ਮੁਸਲਮਾਨ ਭਾਈਚਾਰਾ ਵੀ ਹੈ, ਬਾਅਦ 'ਚੋਂ ਇੰਨਾ ਇਨਕਲੂਸਿਵ ਅਤੇ ਇੰਨਾ ਪੂਰਾ ਹੀ ਜਸਟਿਸ ਹੋਊਗਾ ਉਹਦੇ 'ਚ। ਕਲੇਮ ਆ ਨਾ ਇਹ। ਜੇ ਨਹੀਂ ਹੋਊਗਾ ਉਹ ਕਲੇਮ ਝੂਠਾ ਪੈ ਜੂ। ਇਹ ਤਾਂ ਚੀਜ਼ਾਂ ਕਹਿਣ ਦੀਆਂ ਥੋੜ੍ਹਾ ਵੀ ਯਾਰ ਤੁਸੀਂ ਕਹਿਤਾ। ਫਾਰਚੂਨੇਟਲੀ ਜੇ ਸਿੱਖਾਂ ਕੋਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਦਾਹਰਨ ਨਾ ਹੁੰਦੀ, ਬਹੁਤ ਔਖਾ ਸੀ ਗੱਲ ਕਰਨੀ ਰਾਜ ਦੀ। ਫਾਰਚੂਨੇਟਲੀ ਹੋ, ਇਸੇ ਕਰਕੇ ਉਹਦਾ ਜਿਹੜਾ ਰੋਲ ਹੈ ਉਹ ਬਹੁਤ ਵੱਡਾ ਮਹਾਰਾਜੇ ਦਾ। ਉਹ ਤਾਂ ਆਈਕਨ ਬਣ ਗਿਆ, ਤਾਂ ਹੀ ਸਿੱਖ ਉਹਦੇ ਪ੍ਰਤੀ ਇੰਨੇ ਸੈਂਸਿਟਿਵ ਹੈ ਵੀ ਉਹਦੇ ਇਮੇਜ ਨੂੰ ਢਾਹ ਲਾਉਣ ਦੀ ਕਿੰਨੀ ਅੰਗਰੇਜ਼ਾਂ ਨੇ ਕਿੰਨੀ ਕੋਸ਼ਿਸ਼, ਤੈਨੂੰ ਪਤਾ ਨਹੀਂ ਕਿੰਨੀਆਂ ਕਿਤਾਬਾਂ ਲਿਖਾਈਆਂ ਵੀ ਜੇ ਇਹਨਾਂ ਨੂੰ ਕਾਬੂ ਕਰਨਾ ਮਹਾਰਾਜ ਦਾ ਸਿੰਬਲ ਭੰਨੋ। ਇਹ ਉਹਨਾਂ ਦੀ ਵੀ ਸੀ, ਸਾਰੇ ਮਾਡਰਨਿਸਟਾਂ ਦੀ ਹੈ। ਉੱਥੇ ਤਾਂ ਆ ਸੀ, ਉੱਥੇ ਤਾਂ ਆ ਸੀ, ਉਹਦੇ ਜਾਤੀ ਆਚਰਨ ਤੋਂ ਲੈ ਕੇ ਤੇ ਹੋਰ ਸਾਰਾ ਕੁਛ। ਸੋ ਉਹ ਜੇ ਸਾਡੇ ਕੋਲ ਸਿੱਖਾਂ ਕੋਲੇ ਨਾ ਹੁੰਦਾ ਤਾਂ ਬਹੁਤ ਔਖੀ ਸੀ ਇਹ ਗੱਲ ਕਰਨੀ ਅੱਜ ਦੀ ਦੁਨੀਆ 'ਚ। ਹੁਣ ਤਾਂ ਤੁਸੀਂ ਜਿਹੜਾ ਸਰਬਿਆ ਛਾਪਿਆ BBC ਨੇ, ਹੁਣ ਤਾਂ ਇਸ ਗੱਲ ਦੇ ਉੱਤੇ ਕੋਈ ਰੌਲਾ ਹੀ ਨਹੀਂ ਰਹਿ ਗਿਆ ਦੁਨੀਆ 'ਚ। ਸਾਰੀ ਦੁਨੀਆ ਮਤਲਬ ਉਹਨਾਂ ਨੇ ਤਾਂ ਕੱਢਤਾ ਵੀ ਐਡਾ ਵਧੀਆ ਰਾਜ ਕਿਸੇ ਦਾ ਵੀ ਨਹੀਂ ਸੀਗਾ। ਉਸ ਮੌਕੇ ਮੱਧ ਯੁੱਗ ਦੀਆਂ ਗੱਲਾਂ ਇਹ। ਇੱਕ ਸਦੀ ਸਿੱਖਾਂ 'ਤੇ ਇੰਨਾ ਜ਼ੁਲਮ ਹੋਇਆ ਹੋਵੇ, ਚੌਂਕਾਂ 'ਚ ਬੱਚੇ ਹੈ ਨਾ ਕੱਟ ਗਲਾਂ 'ਚ ਹਾਰ, ਮਤਲਬ ਕੀ ਕੁਛ ਨਹੀਂ ਹੋਇਆ। ਉਦੋਂ ਬਾਅਦ ਤੁਹਾਡੇ ਹੱਥ 'ਚ ਤਾਕਤ ਆ ਜੇ ਤੇ ਤੁਹਾਡੇ 'ਚ ਇੱਕ ਵੀ ਇੰਸੀਡੈਂਟ ਵੈਂਜੀਐਂਸ ਦੀ ਇੱਕ ਵੀ, ਇਹ ਕਿਹੜੀ ਗੱਲ ਨੇ ਲਿਆਂਦੀ? ਇਹ ਕਿਸੇ ਸਿਧਾਂਤ ਨੇ ਲਿਆਂਦੀ? ਇਹ ਗੁਰਬਾਣੀ ਦੀ ਕਿਰਪਾ ਸੀ। ਕਿਤੇ ਨਾ ਕਿਤੇ ਉਦੋਂ ਉਹਨਾਂ 'ਚ ਗੁਰਬਾਣੀ ਦਾ ਅਸਰ ਸੀਗਾ। ਜੇ ਗੱਲ ਇੰਨੀ ਅਹਿਮ ਆ ਤਾਂ ਫਿਰ ਇਹ ਦੁਬਾਰਾ ਕਿਉਂ ਕਹਿੰਦੇ ਨਾ ਹਿਸਟਰੀ ਰਿਪੀਟ ਇਟਸੈਲਫ। ਬਹੁਤ ਸਾਰੀਆਂ ਕੋਸ਼ਿਸ਼ਾਂ ਪੰਜਾਬ 'ਚ ਹੋਈਆਂ, ਬਹੁਤ ਸਾਰਾ ਕੁਛ ਮਤਲਬ ਇੱਕ ਥਾਟ ਰਿਹਾ ਸਿੱਖਾਂ ਦਾ, ਸਿੱਖ ਹੋਮਲੈਂਡ ਤੋਂ ਲੈ ਕੇ 1930 ਦੇ ਅੰਦਰ ਹੈ ਨਾ, ਉਹ ਤੋਂ ਬਾਅਦ ਲਗਾਤਾਰ ਇਹ 'ਤੇ ਗੱਲਾਂ ਹੁੰਦੀਆਂ ਰਹੀਆਂ ਨੇ ਪੰਜਾਬੀ ਕੌਮ ਦੀਆਂ, ਸਿੱਖ ਕੌਮ ਦੀਆਂ। ਕੋਈ ਗੱਲ ਪ੍ਰੈਕਟੀਕਲੀ ਸ਼ੇਪ ਕਿਉਂ ਨਹੀਂ ਲੈ ਸਕੀ? ਦੇਖੋ, ਇੱਕ ਤਾਂ ਜਿਹੜਾ ਕਲਿਸ਼ੇ ਹੈ ਨਾ ਵੀ ਹਿਸਟਰੀ ਰਿਪੀਟਸ ਇਟਸੈਲਫ, ਇਟ ਇਜ਼ ਨਾਟ ਐਬਸੋਲਿਊਟ। ਠੀਕ ਹੈ, ਕੁਛ ਗੱਲਾਂ ਕਿਸੇ ਮੌਕੇ ਇਤਿਹਾਸ 'ਚ ਵਾਪਰ ਗਿਆ, ਮੁੜ ਕੇ ਨਹੀਂ ਵਾਪਰਦੀਆਂ। ਦੂਜਾ, ਇਨ ਬਿਨ ਇਤਿਹਾਸ ਰਿਪੀਟ ਨਹੀਂ ਕਰੂਗਾ ਕਿਤੇ ਵੀ, ਇਹ ਪੋਸੀਬਲ ਹੀ ਨਹੀਂ। ਹਾਲਤਾਂ ਕਿੰਨੀਆਂ ਬਦਲ ਜਾਂਦੀਆਂ। ਗੱਲ ਇਹ ਹੈ ਵੀ ਸਿੱਖਾਂ ਦਾ ਦਾਅਵਾ ਕਿਸ ਗੱਲ 'ਤੇ ਬੇਸਡ ਹੈ? ਉਹ ਦਾਅਵੇ ਦਾ ਆਧਾਰ ਹੈ ਕੋਈ? ਦਾਅਵੇ ਦਾ ਆਧਾਰ ਹੈ ਜਿੰਨਾ ਚਿਰ ਉਹ ਦਾਅਵਾ ਕਾਇਮ ਹੈ, ਜਿੰਨਾ ਚਿਰ ਗੁਰਬਾਣੀ ਕਾਇਮ ਹੈ, ਜਿਹੜੀ ਜੁੱਗੋ ਟੱਲ ਮੰਨਦੇ ਆ, ਉਹਨਾਂ ਚਿਰ ਇਹ ਸੰਭਾਵਨਾ ਪਈ ਰਹਿਣੀ ਹੈ। ਇਹ 100 ਸਾਲ ਲੱਗ ਜੇ, 200 ਸਾਲ ਲੱਗ ਜੇ, ਜਦੋਂ ਆਪਾਂ ਹਿਸਟਰੀ ਰਿਪੀਟ ਕਹਿੰਦੇ ਆ ਨਾ, ਉਹਦਾ ਕੋਈ ਸਪੈਨ ਥੋੜ੍ਹਾ ਹੈ। ਇਤਿਹਾਸ ਦੀ ਤਾਂ ਬਹੁਤ ਲੰਬਾ ਕੰਮ ਹੈ। ਹੋ ਸਕਦਾ ਕਦੋਂ ਤੱਕ ਜੂਝਣਾ ਪੈ ਜੇ, ਪਰ ਸਿੱਖਾਂ ਨੇ ਇਹ ਸਟੈਮਿਨਾ ਦਿਖਾਇਆ ਹੈ। ਆ ਜਿਹੜੀ ਅੱਜ ਦੀ ਜਨਰੇਸ਼ਨ ਹੈ,
ਮਤਲਬ ਤੁਹਾਨੂੰ ਸਰਸਰੀ ਨਜ਼ਰ ਨਾਲ ਇਹ ਲੱਗਦਾ ਸੀ ਵੀ ਗਈ ਗੱਲ, ਨਾ ਕਿਸੇ ਦਾ ਸਰੂਪ, ਨਸ਼ਿਆਂ ਵਾਲੇ ਸਭ ਕੁਝ, ਮਤਲਬ ਕਿਸੇ ਐਂਗਲ ਤੋਂ ਵੀ ਨਹੀਂ ਲੱਗਦਾ ਵੀ ਇਹਨਾਂ 'ਚ ਕੋਈ ਸਿੱਖੀ ਦੀ ਸਪਿਰਿਟ ਬਚੀ ਹੋਊਗੀ। ਕਿੰਨੇ ਲੱਚਰ ਗਾਣੇ ਚੱਲੇ ਨੇ, ਕਿੰਨੇ ਨਸ਼ੇ ਚੱਲੇ ਨੇ, ਕੀ ਕੁਛ ਨਹੀਂ ਚੱਲਿਆ। ਪਰ ਜਦੋਂ ਮੂਵਮੈਂਟ ਆਉਂਦਾ ਕਿਤੇ, ਤੁਸੀਂ ਦੇਖ ਲਓ ਸਭ ਕੋਈ ਮੁੰਨ ਹੈ, ਕੋਈ ਕੇਸਧਾਰੀ ਹੈ, ਕੁਛ ਵੀ ਹੈ, ਇੱਕਦਮ ਜਾਗ ਪੈਂਦਾ। ਪਰ ਜਾਗਦਾ ਉਹ ਗੁਰੂ ਦੇ ਨਾਂ 'ਤੇ ਹੀ ਹੈ। ਸੋ ਗੱਲ ਇੱਥੇ ਜਿਹੜੀ ਹੈਗੀ ਹੈ ਸੈਂਟਰਲ, ਉਹ ਗੁਰੂ ਦੀ ਹੈ। ਜਿੰਨਾ ਚਿਰ ਤੱਕ ਗੁਰੂ ਮਨ 'ਚ ਰਹੂਗਾ, ਗੁਰੂ ਦਾ ਅਦਬ, ਉਹਨਾਂ ਚਿਰ ਤਾਂ ਮਤਲਬ ਸਿੱਖ ਨਹੀਂ ਮਰ ਸਕਦਾ, ਜਿੰਨੀਆਂ ਮਰਜ਼ੀ ਹਵਾਵਾਂ ਵਗਣ। ਤੇ ਅੱਜ ਲੱਗ ਸਕਦਾ, ਮੈਨੂੰ ਵੀ ਲੱਗਦਾ, ਮਤਲਬ ਆਪਾਂ ਹੁਣ ਕਹੀਏ ਵੀ ਯਾਰ ਕੋਈ ਸੁਭਾਵਨਾ ਨਜ਼ਰ ਆਉਂਦੀ ਹੈ। ਉਸ ਤਰ੍ਹਾਂ ਜੇ ਤੁਸੀਂ ਰੈਸ਼ਨਲੀ ਦੇਖੋ ਕੀ ਹੈ, ਕੋਈ ਜਥੇਬੰਦੀ ਨਹੀਂ, ਕੋਈ ਵਿਦਵਾਨ ਨਹੀਂ, ਕਿਰਦਾਰ ਨਹੀਂ, ਜਜ਼ਬਾ ਹੀ ਹੈ ਨਾ। ਉਹ ਵੀ ਅਮੋਰਫਸ ਜਿਹਾ, ਸਕੈਟਰਡ ਹੈ। ਪਰ ਜੋ ਜਜ਼ਬਾ ਹੈਗਾ ਉਹਨੂੰ ਜਦੋਂ ਵੀ ਕਿਤੇ ਕੋਈ ਇਕੱਠਾ ਕਰਨ ਵਾਲਾ ਆ ਗਿਆ, ਇੱਥੇ ਗੱਲ ਇਹੀ ਆ, ਉਹੀ ਮਾਡਰਨਿਟੀ ਦੀ। ਆਪਾਂ ਜਿਸ ਗੱਲ ਨੂੰ ਮਾਈਂਡ ਗਿੱਝਿਆ ਹੁੰਦਾ ਵੀ ਇਸ ਤਰ੍ਹਾਂ ਜਥੇਬੰਦੀ ਬਣੂ, ਉਹਦੇ 'ਚੋਂ ਇੱਕ ਲੀਡਰ ਆਊ, ਇੱਕ ਇੰਟਲੈਕਚੁਅਲ ਹੋਊ, ਇਹ ਸਾਰਾ ਜਿਹੜਾ ਬਣਿਆ ਹੋਇਆ ਮਾਡਲ ਹੈ ਨਾ, ਇਹ ਮਾਡਰਨਿਟੀ ਦਾ ਹੈ। ਇਹ ਧਰਮਾਂ 'ਤੇ ਲਾਗੂ ਨਹੀਂ ਹੁੰਦਾ। ਜਿਹਦੇ ਇਰਾਨ ਦੇ ਵਿੱਚ ਖੁਮੇਨੀ ਉੱਭਰਿਆ ਸੀਗਾ, ਮੈਂ ਤਾਂ ਚਸ਼ਮਦੀਦ ਗਵਾਹ ਨਾ। ਕੋਈ ਸੋਚ ਸਕਦਾ ਸੀ ਇਰਾਨ ਟੋਟਲ ਮਾਡਰਨਾਈਜ਼ ਕਰਤਾ ਸੀ ਸ਼ਾਹ ਨੇ। 78-79 ਹਾਂ 79 'ਚ ਇਰਾਨ ਟੋਟਲ ਮਾਡਰਨਾਈਜ਼ ਕਰਤਾ ਸੀ ਸ਼ਾਹ ਆਫ ਇਰਾਨ ਨੇ। ਅਮਰੀਕਾ ਦੇ ਨਾਲ ਕੋਲੈਬੋਰੇਸ਼ਨ ਸੀ, ਦੇ ਪੈਸਾ ਸੁੱਟਿਆ, ਟੋਟਲ ਮਾਡਰਨਿਟੀ ਸੀ ਵੀ ਇੱਥੇ ਤਾਂ ਹੁਣ ਇਸਲਾਮ ਜਿਊਂਗਾ ਕਿਵੇਂ। ਤੇ ਫਰਾਂਸ 'ਚ ਬੈਠਾ ਸੀ ਖਮੀਨੀ। ਆ ਦਿਨਾਂ ਦੇ ਵਿੱਚ ਉਹ ਮੂਵਮੈਂਟ ਦੇਖੀ ਹੈ, ਐਡਾ ਵੱਡਾ ਉਭਾਰ, ਗਲੀਆਂ 'ਚ ਜਿਵੇਂ ਹੜ੍ਹ ਹੀ ਆ ਗਏ ਹੁੰਦੇ ਲੋਕਾਂ ਦੇ। ਬਸ ਇਹ ਤਾਂ ਉੱਥੇ ਹੀ ਬੈਠਾ ਸੀ, ਉੱਥੋਂ ਬਾਅਦ 'ਚ ਆਇਆ ਜਦੋਂ ਐਨ ਰੈਵੋਲੂਸ਼ਨ ਹੋ ਗਿਆ। ਸੋ ਜਿਹੜੀ ਗਿਆਨ ਪ੍ਰਬੰਧ ਉਸ ਨੂੰ ਸਮਝ ਨਹੀਂ ਸਕਿਆ ਵੀ ਉਹ ਕਿੱਥੋਂ ਆ ਗਿਆ ਯਾਰ, ਕਿਸੇ ਨੇ ਨਹੀਂ ਸੀ ਸੋਚਿਆ। ਪਰ ਉਹਨੂੰ ਵੀ ਤਾਂ ਉਦੋਂ ਬਾਅਦ ਕੋਈ ਅਲਟੀਮੇਟ ਉਹਦੀ ਬਹੁਤ ਆਲੋਚਨਾ ਹੋਈ ਹੈਗੀ, ਮਤਲਬ ਇਸਲਾਮਿਕ ਕ੍ਰਾਂਤੀ ਦੀ। ਉਸ ਤੋਂ ਬਾਅਦ ਉਹਦੇ ਬਹੁਤ ਸਾਰੇ ਫੇਲਿਅਰ ਹੋਊਗੀ। ਜੋ ਟੋਟਲ ਜਿਸ এনवायरमेंट 'ਚ ਅੱਜ ਜਿਉਣਾ ਪੈ ਰਿਹਾ ਨਾ, ਇਹ ਸਿੱਖਾਂ ਵਾਸਤੇ ਹੀ ਬਹੁਤ ਚੈਲੰਜ। ਉਹ ਖਮੇਨੀ ਦੀ ਕਿੰਨੀ ਵੱਡੀ ਆਲੋਚਨਾ ਹੋਈ ਹੈਗੀ। ਨਹੀਂ, ਇਕੱਲੇ ਖਮੇਨੀ ਦੀ ਨਹੀਂ, ਧਰਮ ਅੱਜ ਜਿਹੜਾ ਅੱਜ ਧਰਮ 'ਤੇ ਚੱਲ ਕੇ ਤੁਸੀਂ ਆਪਦੀ ਇੱਕ ਵੈਲਿਡਿਟੀ ਸਾਬਤ ਕਰੋ, ਇਟਸ ਵੈਰੀ ਚੈਲੰਜਿੰਗ। ਸਾਰਾ ਐਟਮੋਸਫੀਅਰ ਤਾਂ ਜ਼ਹਿਰੀਲਾ ਹੈ, ਆਲੇ ਦੁਆਲੇ ਇਰੋਜਨ ਕਿੰਨੀ ਹੈ, ਧਰਮਾਂ ਦੀ ਇਰੋਜਨ ਕਿੰਨੀ ਹੋਈ ਹੈ। ਇਹ ਮਾਡਰਨਿਟੀ ਦੀ ਗੜਬੜੇ ਹੀ ਹੈ, ਇਹਨੇ ਕੋਈ ਨਹੀਂ ਬਖਸ਼ਿਆ। ਜਦੋਂ ਧਰਮ ਨੂੰ ਡਿਫਾਈਨ ਹੀ ਐ ਕਰਤਾ, ਸਿੱਖਾਂ ਦਾ ਕਿੱਡਾ ਵੱਡਾ ਹਿੱਸਾ ਉਹ ਬਾਈ ਕਰੀ ਫਿਰਦਾ। ਧਰਮ ਕੀ ਹੈ, ਸਾਡਾ ਧਰਮ ਕੀ ਹੈ? ਉਹ ਆਪਦੀਆਂ ਗੁਰੂ ਦੀਆਂ ਨਜ਼ਰਾਂ ਨਾਲ ਤੇ ਉਹ ਤਾਂ ਸਾਡੇ ਦੇਖ ਨਹੀਂ ਰਹੇ। ਉਹ ਤਾਂ ਮਾਡਰਨ ਥਾਟ ਮੁਤਾਬਕ ਦੇਖ ਰਹੇ ਨੇ। ਉਹ ਧਰਮ ਇੱਕ ਵਿਚਾਰਧਾਰਾ ਬਸ। ਤੇ ਗੁਰੂਆਂ ਦਾ ਮਿਸ਼ਨ ਕੀ ਸੀ? ਸਮਾਜ 'ਚ ਸੁਧਾਰ ਲਿਆਉਣਾ, ਅਮੀਰੀ ਗਰੀਬੀ ਖਤਮ ਕਰਨੀ, ਬੇਇਨਸਾਫੀ ਖਤਮ ਕਰਨੀ। ਜਿਹੜੀ ਮੇਰੇ ਮੁਤਾਬਕ ਹੈ, ਜਿਹੜੀ ਫੰਡਾਮੈਂਟਲ ਗੱਲ ਸੀ ਤਾਂ ਸਾਰੀ, ਜੇ ਆਪਾਂ ਮਾਈਕਰੋ ਲੈਵਲ 'ਤੇ ਗੱਲ ਨੂੰ ਲਿਆਈਏ, ਮਾਈਕਰੋ ਤਾਂ ਉਹਦੀ ਐਕਸਟੈਂਸ਼ਨ ਹੀ ਹੋਊ ਨਾ, ਤਾਂ ਇਹ ਹੈ ਕਿ ਬੰਦੇ ਹੱਥੋਂ ਬੰਦੇ ਦੀ ਗੁਲਾਮੀ ਖਤਮ ਕਰਨੀ ਸੀ। ਸਾਰੀ ਦੁਨੀਆ ਦੀ ਅੱਜ ਪ੍ਰੋਬਲਮ ਇਹ ਹੈ, ਪਰਿਵਾਰਾਂ ਤੋਂ ਲੈ ਕੇ ਜਥੇਬੰਦੀਆਂ ਤੋਂ ਲੈ ਕੇ ਰਾਜਾਂ ਤੱਕ ਬੰਦਾ ਬੰਦੇ ਦਾ ਗੁਲਾਮ ਹੈ। ਜਥੇਬੰਦੀਆਂ ਸਾਰੀਆਂ, ਕੀ ਪੰਥਕ, ਕੀ ਲੈਫਟ, ਕੀ ਜਿਹੜੀਆਂ ਟਰੇਡ ਯੂਨੀਅਨਾਂ ਜਾਂ ਕਿਸਾਨ ਜਥੇਬੰਦੀਆਂ, ਕੋਈ ਵੀ ਵਰਗਾਂ ਦੀਆਂ ਜਥੇਬੰਦੀਆਂ, ਹਰ ਜਗ੍ਹਾ ਦੇ ਉੱਤੇ ਬੰਦੇ ਗੁਲਾਮ ਹੈ। ਬੰਦੇ ਨੂੰ ਪਤਾ ਨਹੀਂ, ਬੰਦਾ ਬੰਦੇ ਦਾ ਗੁਲਾਮ ਹੈ। ਇੱਕੋ ਇਨਫਲੇਟਡ ਇਮੇਜ ਬਣਦਾ ਲੀਡਰ ਦਾ। ਉਹ ਜਜ਼ਬਾ ਬੜਾ ਪਵਿੱਤਰ ਹੁੰਦਾ। ਜਦੋਂ ਕੋਈ ਵੱਡੀ ਲਹਿਰ ਦੇਖੀ ਹੈ, ਮੈਂ ਬਰਗਾੜੀ ਵਾਲੀ ਦੇਖੀ ਹੈ ਨਾ, ਉਹ ਸਰਬੱਤ ਖਾਲਸਾ ਦੇਖਿਆ, ਉਦੋਂ ਪਹਿਲਾਂ ਵੀ ਦੇਖੀਆਂ, ਧਰਮ ਯੁੱਧ ਮੋਰਚਾ ਦੇਖਿਆ, ਬੜਾ ਕੁਛ ਦੇਖਿਆ। ਮਤਲਬ ਜਦੋਂ ਐਡਾ ਵੱਡਾ ਉਭਾਰ ਉੱਠਦਾ ਨਾ ਯਾਦਵਿੰਦਰ, ਜਿਹੜਾ ਲੋਕਾਂ ਦਾ ਜਜ਼ਬਾ ਬਹੁਤ ਪਵਿੱਤਰ ਹੁੰਦਾ, ਹੁਣ ਵੀ ਕਿਸਾਨ ਮੂਵਮੈਂਟ ਦੇ ਵਿੱਚ ਵੀ, ਅਤੇ ਉਹਨਾਂ ਦੀ ਜਿਹੜੀ ਅੰਦਰ ਤਲਾਸ਼ ਹੈ ਨਾ, ਅਰਜ਼, ਇੱਕ ਤਾਂਘ,
ਉਹ ਇਹ ਹੈ ਕਿ ਕੋਈ ਪਿਓਰੀਟਨ ਲੀਡਰ ਆਵੇ, ਉਹ ਆਸਾਂ ਲਾ ਬਹਿੰਦੇ ਨੇ। ਅਕਾਲੀ ਆਗੂਆਂ ਤੋਂ ਲਾਈ ਗਏ, ਚਲ ਅਲਟੀਮੇਟਲੀ ਸਿੱਖਣ ਤੋਂ ਮਿਲ ਗਿਆ ਸੀ। ਜਦੋਂ ਲੱਗਿਆ ਵੀ ਆਹ ਹੈ ਬੰਦਾ ਜਿਹਦੀ ਸਾਨੂੰ ਤਲਾਸ਼ ਸੀ, ਤਾਂ ਉਹ ਦਿਨਾਂ 'ਚ ਫਰਕ ਪੈ ਗਿਆ। ਨਹੀਂ, ਉਹ ਸਾਰੀਆਂ ਆਸਾਂ ਤੇ ਪਾਣੀ ਫਿਰਦਾ ਹੈ। ਮਨਾਂ 'ਚ ਨਕਸ਼ੇ ਵੱਡੇ ਬਣਾ ਲਏ ਹੁੰਦੇ ਆ ਬੰਦਿਆਂ ਦੇ, ਤੇ ਬੰਦੇ ਬਹੁਤ ਛੋਟੇ ਹੁੰਦੇ ਆ। ਸੋ ਬੰਦਾ ਕੋਈ ਵਿਦਵਾਨ ਆਪਦੇ ਮਤਲਬ ਬੰਦਿਆਂ ਨੂੰ ਥੱਲੇ ਲਾਉਂਦੇ ਨੇ, ਵਿਦਵਤਾ ਦਾ ਰੋਪ ਪਾ ਕੇ, ਲੀਡਰ ਆਪਦੀ ਲੀਡਰੀ ਦੇ ਪਦਵੀ ਦਾ। ਸਟੇਟ ਤਾਂ ਚਲੋ ਇਹ ਕੰਮ ਕਰਨਾ ਹੀ, ਸਟੇਟ ਕੋਈ ਐ ਥੋੜ੍ਹਾ ਵੀ ਉਹ ਇੱਕ ਇੰਸਟੀਟਿਊਸ਼ਨ ਹੀ ਸਟੇਟ ਹੈ। ਬੰਦਾ ਬੰਦੇ ਦਾ ਗੁਲਾਮ, ਤੇ ਬੰਦੇ ਦੀ ਗੁਲਾਮੀ ਤਾਂ ਬੰਦਾ ਉਦੋਂ ਛੁੱਟੂ ਨਾ ਜਦੋਂ ਉਹਦਾ ਕੋਈ ਵੱਡਾ ਆਸਰਾ ਦਿਸੂ, ਉਦੋਂ ਵੱਡਾ ਵੀ ਉੱਥੇ ਬੰਦਾ ਕੀ ਹੈ। ਤੇ ਗੁਰੂਆਂ ਨੇ ਤਾਂ ਇੱਥੇ ਕਿੰਨੀ ਮਿਹਨਤ ਕੀਤੀ, 240 ਸਾਲ ਸਮਰੱਥ ਬਣਾਇਆ ਜਿੱਥੇ ਸੰਗਤ 21 ਵਿਸਵੇ। ਉਹ ਸੰਗਤ ਐਂ ਨਹੀਂ ਵੀ ਚਲੋ ਸਿੱਖ ਬੈਠੇ ਨੇ ਗੁਰਦੁਆਰਾ ਤੇ ਬਸ, ਜਿਹੜੇ ਰੂਹਾਨੀ ਤੌਰ ਤੇ ਜਾਗਰਤ ਰੂਹ ਹਨ, ਤੇ ਉਹਦੇ ਉੱਥੋਂ ਤੱਕ ਲਿਜਾਣ ਵਾਸਤੇ ਇਤਿਹਾਸ 'ਚੋਂ ਕਿੱਥੋਂ ਕਿੱਥੋਂ ਲੰਘਾਉਣਾ ਪਿਆ। ਸਰਬੰਸ ਵਾਰ ਕੇ ਫਿਰ ਗੁਰੂ ਸਾਹਿਬ ਨੇ ਜਿਹੜਾ ਚਮਕੌਰ ਦੀ ਗੜੀ 'ਚ 5 ਸਿੰਘਾਂ ਨੂੰ ਉਹ ਰੁਤਬਾ ਦਿੱਤਾ ਗੁਰੂ ਦਾ, ਅਫੀਸ਼ੀਅਲੀ ਫਾਰਮਲੀ, ਮਤਲਬ ਉਹ ਹੁਕਮ ਕਰਨ ਜੋਗੇ ਹੋਏ। ਇਹ ਹੁਕਮ ਕਰਨ ਦਾ ਹੱਕ ਖਾਲਸੇ ਨੇ ਬਹੁਤ ਲਹੂ ਡੋਲ ਕੇ ਦਿੱਤਾ, ਕਿੰਨੀਆਂ ਪਰਖਾਂ 'ਚੋਂ ਲੰਘ ਕੇ ਦਿੱਤਾ ਹੈ। ਐਂ ਨਹੀਂ ਕਿਸੇ ਨਾ ਧਰਮ ਨੇ ਕੀਤਾ ਨਾ ਵਿਚਾਰਧਾਰਾ ਨੇ, ਬੰਦੇ ਨੂੰ ਮੁਕਤ ਕਰਤਾ ਹੋਵੇ ਬੰਦੇ ਦੇ ਰੋਪ ਤੋਂ, ਭਾਵੇਂ ਗੁਰੂ ਵੀ ਹੈ। ਜਦੋਂ ਮਾਡਰਨਿਟੀ ਦਾ ਇੰਨਾ ਜ਼ਿਆਦਾ ਕ੍ਰਾਈਸਿਸ ਵੀ ਹੈ, ਮਾਡਰਨਿਟੀ ਦੀ ਇੰਨੀ ਆਲੋਚਨਾ ਵੀ ਹੈ, ਮਾਡਰਨਿਟੀ ਦੇ ਅੰਦਰ ਬਹੁਤ ਸਾਰੇ ਫਲॉ ਵੀ ਹੈ, ਇੰਨਾ ਲੰਬਾ ਸਰਵਾਈਵਲ ਆਉਂਦਾ। ਤੁਸੀਂ ਦੇਖੋ ਵੈਲਫੇਅਰ ਸਰਵਾਈਵਲ ਜਿਹੜਾ ਕੈਪੀਟਲਿਜ਼ਮ ਦਾ ਜਿਹੜਾ ਦੌਰ ਆਇਆ ਨਾ, ਇਤਿਹਾਸ ਦੇ ਬਾਕੀ ਸਾਰੇ ਦੌਰਾਂ ਨਾਲੋਂ ਇਹਦੀ ਵਿਲੱਖਣਤਾ ਹੈ। ਜਿਹੜੇ ਇਹਦੋਂ ਸਾਰੇ ਨਾ, ਜਿਹੜੇ ਜਿਹਨੂੰ ਪ੍ਰੀ ਮਾਡਰਨ ਕਹਿ ਲਈਏ, ਮੱਧ ਯੁੱਗ ਕਹਿ ਲਓ, ਕੁਛ ਕਹਿ ਲਓ, ਉੱਥੇ ਇੱਕ ਯਤਨ ਹੁੰਦਾ ਸੀ ਵੀ ਬੰਦੇ ਦੀਆਂ ਜਿਹੜੀਆਂ ਮੂਲ ਪ੍ਰਵਿਰਤੀਆਂ ਮਾੜੀਆਂ, ਪਾਸ਼ਵੀ, ਜਿਹਨੂੰ ਇਹ ਕਹਿ ਲਿਆ ਵਿਕਾਰ ਨੇ, ਜਿਹੜੇ ਉਹਨਾਂ ਵਿਕਾਰਾਂ ਦੇ ਉਲਟ ਕੁਛ ਸਿਰਜਣ ਦੇ ਯਤਨ ਸੀਗੇ, ਰਾਜਾਂ ਤੋਂ ਲੈ ਕੇ ਵਿਅਕਤੀ ਤੱਕ। ਇਹ ਪਹਿਲਾ ਸਿਸਟਮ ਆਇਆ ਵੀ ਜਿੱਥੇ ਨਹੀਂ, ਖੁੱਲ੍ਹਾ ਛੱਡੋ, ਉਹਦੀ ਜ਼ੁਬਾਨ, ਉਹਦੀ ਨੀਤ ਕੀ ਮੰਗਦੀ ਆ ਖਾਣ ਨੂੰ, ਰੋਕੋ ਨਾ, ਕੋਈ ਰੋਕ ਟੋਕ ਨਹੀਂ। ਇਹ ਥੋੜ੍ਹਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਾਂ ਹੋਰ ਪਹਿਨਣਾ ਖੁਸ਼ੀ ਖੁਆਰ। ਉਹ ਕੀ ਪਹਿਨਣਾ ਚਾਹੁੰਦਾ, ਕੋਈ ਪਹਿਨਣਾ ਵੀ ਚਾਹੁੰਦਾ ਕਿ ਨਹੀਂ, ਜੇ ਨਹੀਂ ਵੀ ਕੁਛ ਪਹਿਨਣਾ ਚਾਹੁੰਦਾ ਤਾਂ ਵੀ ਉਹਦਾ ਅਧਿਕਾਰ ਹੈ। ਮਾਇਆ ਕੋਈ ਕਿੰਨੀ ਇਕੱਠੀ ਕਰਨੀ ਚਾਹੁੰਦਾ, ਉਹਦੀ ਕੋਈ ਲਿਮਿਟ ਨਹੀਂ ਚਾਹੀਦੀ। ਜ਼ੁਲਮ ਕੋਈ ਕਿੰਨਾ ਕੁ ਕਰ ਸਕਦਾ, ਉਹਦਾ ਕੋਈ ਉਸ ਤਰ੍ਹਾਂ ਸਿਰਾ ਨਹੀਂ ਹੁੰਦਾ। ਆਰਗੇਨਾਈਜ਼ਡ, ਕੈਲਕੂਲੇਟਡ। ਪਹਿਲੇ ਜ਼ੁਲਮ ਐ ਆਰਗੇਨਾਈਜ਼ਡ ਤੇ ਕੈਲਕੂਲੇਟਡ ਨਹੀਂ ਸੀ ਹੁੰਦੇ। ਉਹ ਇੱਕ ਬੰਦੇ ਦੀ ਜਿਹੜੀ ਹੁੰਦੀ ਨਾ ਵਾਈਲਡ ਇੰਪਲਸ, ਉਹਦੇ 'ਚੋਂ ਨਿਕਲਦੇ ਸੀ। ਸੋ ਇਹ ਪਹਿਲਾ ਸਿਸਟਮ ਆਇਆ ਜਿੱਥੇ ਉਹ ਹੁੰਦਾ ਨਾ, ਤੁਸੀਂ ਦਰਿਆ ਜਿੱਧਰ ਨੂੰ ਵਗਦਾ ਹੈ ਉੱਧਰ ਨੂੰ ਬਹਿਣਾ ਕਿੰਨਾ ਸੌਖਾ ਹੈ, ਨੱਕੇ ਖੋਲ੍ਹ ਦਿਓ ਸਾਰੇ। ਉਹ ਮਨ ਦੇ ਨੱਕੇ ਖੋਲ੍ਹਤੇ ਤੇ ਧਰਮ ਸਾਰੇ ਹੀ ਉਧਰੋਂ ਮੋੜਦੇ ਸੀ ਬੰਦੇ ਨੂੰ, ਮਨ ਪਿੱਛੇ ਨਾ ਚੱਲ। ਪਰ ਮਾਡਰਨਿਟੀ ਨੂੰ ਤਾਂ ਜਿੱਥੇ ਲੱਗਦਾ ਧਰਮ ਫਿੱਟ ਕਰਨਾ ਕਰ ਲੈਂਦੇ ਨੇ ਉਹ ਆਪਦੇ ਮੁਤਾਬਕ। ਦੇਖੋ ਧਰਮ, ਮਾਡਰਨਿਟੀ ਕੀ ਕਰਦੀ ਹੈ, ਹਰ ਚੀਜ਼ ਨੂੰ ਇਹ ਤਰਾਸ਼ ਲੈਂਦੀ ਹੈ ਆਪਦੇ ਮੁਤਾਬਕ, ਆਪਦੇ ਫਿੱਟ ਕਰਕੇ ਉਹਦੀ ਵਿਆਖਿਆ ਦੇ ਦੀਆਂ ਕਿਤਾਬਾਂ ਲਿਖ ਦਿੰਦੇ ਨੇ। ਹੁਣ ਸਿੱਖ ਧਰਮ 'ਤੇ ਕਿਸੇ ਨੇ ਰਿਸਰਚ ਕਰਨਾ ਹੈ, ਉਹ ਰੈਫਰੈਂਸ ਕਿੱਥੋਂ ਲਊ, ਉਹ ਗਿਆਨ ਕਿਹਨੇ ਰਚਿਆ। ਮੇਰਾ ਖਿਆਲ ਜਦੋਂ ਐਡਵਰਟਾਈਜ਼ ਦੀ ਕਿਤਾਬ ਆ ਗਈ ਸੀ ਓਰੀਐਂਟਲਿਜ਼ਮ, ਉਦੋਂ ਬਾਅਦ ਤਾਂ ਕੋਈ ਸ਼ੱਕ ਨਹੀਂ ਨਾ ਰਹਿ ਗਿਆ ਹੈ ਵੀ ਇਹਨਾਂ ਨੇ ਡੋਮੀਨੇਸ਼ਨ ਇਕੱਲੇ ਹਥਿਆਰਾਂ ਨਾਲ ਨਹੀਂ ਕਰ ਲਈ, ਫੌਜਾਂ ਨਾਲ ਨਹੀਂ ਕਰ ਲਈ। ਮੇਨ ਜਿਹੜਾ ਬਣਿਆ ਉਹਦਾ ਟੂਲ, ਉਹ ਬਣਿਆ ਐਪਿਸਟੀਮੋਲੋਜੀਕਲ ਡੋਮੀਨੇਸ਼ਨ,
ਆਪਦੇ ਗਿਆਨ ਪ੍ਰਬੰਧ ਲੋਕਾਂ ਨੂੰ ਦੇਤਾ। ਇਹ ਪਹਿਲੀ ਵਾਰ ਹੋਇਆ। ਸੋ ਇਹ ਨਵੀਂ ਕਿਸਮ ਦਾ ਜਿਹੜਾ ਹੈ ਨਾ ਮਾਈਂਡ ਨੂੰ ਕੰਟਰੋਲ ਕਰਨਾ, ਟੋਟਲੀ ਪਤਾ ਵੀ ਨਹੀਂ, ਅਚੇਤ ਤੌਰ ਤੇ ਬੰਦੇ ਧਰਮ ਨੂੰ ਉਸ ਤਰ੍ਹਾਂ ਦੇਖ ਰਹੇ ਨੇ, ਆਪਦੇ ਧਰਮ ਨੂੰ, ਹਿੰਦੂ ਵੀ। ਸੋ ਜਦੋਂ ਧਰਮ ਨੂੰ ਤੁਸੀਂ ਰਿਡਿਊਸ ਕਰ ਲੈਂਦੇ ਹੋ ਇੱਕ ਵਿਚਾਰਧਾਰਾ ਤੱਕ, ਟੂਲ ਹੈ ਫਿਰ ਉਹ ਪਾਵਰ ਲੈਣ ਵਾਸਤੇ। ਪਰ ਉਹਦੀ ਉਲਟ ਐਗਜ਼ਾਮਪਲਾਂ ਵੀ ਤਾਂ ਹੈਗੀਆਂ ਨੇ, ਜਿਵੇਂ ਮਤਲਬ ਮਿਆਂਮਾਰ 'ਚ ਆਪਾਂ ਦੇਖਿਆ ਬੁੱਧਿਸਟ ਕੀ ਕਰ ਰਹੇ ਸੀ ਉੱਥੇ, ਉਹ ਆਪਦੇ ਧਰਮ ਤੋਂ ਹੀ, ਮਤਲਬ ਉੱਥੇ ਧਰਮ ਸੀਗਾ, ਰੋਹਿੰਗਿਆ ਮੁਸਲਮਾਨਾਂ ਨੂੰ ਉਹਨਾਂ ਨੇ ਕਿਵੇਂ ਵੱਢਿਆ। ਦੇਖੋ ਜੇ ਕਿਸੇ ਦੇ ਧਰਮ 'ਚ ਇੰਪਲਸ ਹੈ ਤਾਂ ਹੀ ਤਾਂ ਮੈਂ ਕਹਿਣਾ ਵੀ ਬੁੱਧਿਜ਼ਮ ਦੇ ਅੰਦਰ ਤੇ ਨਹੀਂ, ਇਹ ਨਹੀਂ ਆਪਾਂ ਨੂੰ ਨਾ, ਜਿਵੇਂ ਤੁਸੀਂ ਇੱਕ ਸਿੱਖੀ ਦੀ ਐਗਜ਼ਾਮਪਲ ਦਿੰਦੇ ਹੋ, ਬੁੱਧਿਜ਼ਮ ਦੀਆਂ ਤਾਂ ਹਜ਼ਾਰ ਐਗਜ਼ਾਮਪਲਾਂ ਨਹੀਂ ਨੇ। ਜੇ ਕਿ ਉਹ ਤੇ ਐਗਜ਼ਾਮਪਲਾਂ ਹੁੰਦੀਆਂ, ਜਦੋਂ ਸ਼ੰਕਰਾਚਾਰਿਆ ਦੌਰ ਜੋ ਕੁਛ ਹੋ ਰਿਹਾ ਸੀ ਉਹ ਤੇ ਦੇਖੋ ਯਾਦਵਿੰਦਰ, ਇਹ ਗੱਲਾਂ ਹੁਣ ਆਪਾਂ ਨੂੰ ਨਾ ਪੂਰਾ ਉਹਨਾਂ ਗਿਆਨ ਨਹੀਂ ਬੁੱਧਿਜ਼ਮ ਬਾਰੇ। ਮੈਨੂੰ ਤਾਂ ਇੱਕ ਮੋਟੀ ਜਿਹੀ ਗੱਲ ਤਾਂ ਪਤਾ ਹੈ, ਬੋਧੀਆਂ ਕੋਲੇ ਪੈਗੰਬਰ ਕੋਈ ਨਹੀਂ ਆਇਆ। ਚੀਨ ਦੀ ਧਰਤੀ ਕਿਉਂ ਬਿਰਬੀ ਰਹਿ ਗਈ ਪੈਗੰਬਰ ਤੋਂ? ਕਿੱਡਾ ਉਹਨਾਂ ਦੀ ਨੌਲੇਜ, ਉਹਨਾਂ ਦਾ ਗਿਆਨ ਜਿਹੜਾ ਹੈ ਕਿੰਨੇ ਹਜ਼ਾਰਾਂ ਸਾਲਾਂ ਤੱਕ ਫੈਲ ਰਿਹਾ ਪਿੱਛੇ। ਬੁੱਧ ਉਹਨਾਂ ਦਾ ਪੈਗੰਬਰ ਨਹੀਂ ਸੀ? ਬੁੱਧ ਤਾਂ ਕਦੇ ਵੀ ਨਹੀਂ, ਬੁੱਧ ਨੇ ਨਹੀਂ ਕਲੇਮ ਕੀਤਾ। ਉਹ ਕਲੇਮ ਨਹੀਂ ਕੀਤਾ, ਪਰ ਉਹਨੂੰ ਮੰਨਣ ਨੂੰ ਤਾਂ ਹੁਣ ਆਇਆ, ਤਾਂ ਹੁਣ ਤੁਸੀਂ ਇੱਥੇ ਬੁੱਧ ਤੇ ਬਾਰ-ਬਾਰ ਕਹਿੰਦਾ ਆਪੋ ਦੀਪੋ ਭਵ, ਕਹੀ ਜਾਵੇ ਯਾਰ। ਉੱਥੇ ਕਦੇ ਵੀ ਉਹਨਾਂ ਦੇ ਰੈਵੋਲੂਸ਼ਨ ਦਾ ਕਲੇਮ ਹੀ ਉਹ ਤਾਂ ਇੰਟਰਨਲਾਈਜ਼ ਕਰਦਾ ਬੰਦੇ ਨੂੰ ਬਾਰ-ਬਾਰ ਕਰਦਾ ਹੈ, ਪਰ ਕਦੇ ਵੀ ਇਹ ਤਾਂ ਉਹਨੂੰ ਕਦੇ ਵੀ ਕਿਸੇ ਨੇ ਨਹੀਂ ਮੰਨਿਆ। ਹੁਣ ਤਾਂ ਚਾਨਣ ਹੋਇਆ ਉੱਥੇ ਜਾ ਕੇ ਇੱਕ ਮੌਕੇ ਤੇ, ਤਾਂ ਗਿਆਨ ਦਾ ਪ੍ਰਕਾਸ਼ ਹੈ, ਦੇਵੀ ਪ੍ਰਕਾਸ਼। ਫਿਰ ਵੀ ਜਿਹੜੀ ਮੈਂ ਕਹਿ ਰਿਹਾ ਕਿ ਮਾਡਰਨਿਟੀ ਦਾ ਇੱਕ ਹੈਗਾ ਗਾ ਲੋਚਨਾ ਗਈ, ਪਰ ਧਰਮ ਦੀ ਲੋਚਨਾ ਵੀ ਤਾਂ ਹੀ ਹੁੰਦੀ ਹੈ ਨਾ ਕਿ ਜਦੋਂ ਧਰਮ ਦੇ ਅੰਦਰ ਖਾਸ ਤੌਰ ਤੇ ਇਹ ਤਾਂ ਦੇਖਿਆ ਗਿਆ ਕਿ ਦੇਖੋ ਧਰਮ ਬੁੱਧ ਕੀ ਕਰ ਰਹੇ ਨੇ ਯਾਰ, ਧਰਮ ਮਿਆਂਮਾਰ ਦੇ ਬੁੱਧਾਂ ਨੇ ਕੀ ਕੀਤਾ ਹੈ। ਧਰਮ ਆਲੋਚਨਾ ਤੋਂ ਉੱਪਰ ਨਹੀਂ, ਪਹਿਲੀ ਗੱਲ। ਦੂਜੀ ਗੱਲ, ਕਿਸੇ ਧਰਮ ਦੇ ਫਾਲੋਅਰ ਕੀ ਕਰ ਰਹੇ ਨੇ, ਉਹ 'ਚ ਤੁਹਾਡੀ ਜ਼ਿੰਮੇਵਾਰ ਅਪਰੋਚ ਇਹ ਬਣਦੀ ਆ ਵੀ ਧਰਮ ਮੁਤਾਬਕ ਕੀ ਕਰ ਰਹੇ ਨੇ, ਕਬਦੀ ਧਰਮ ਤੋਂ ਥੜਕ ਕੇ ਕਰ ਰਹੇ ਨੇ। ਇਹ ਤਾਂ ਬੰਦੇ ਦੀ ਬੁਨਿਆਦੀ ਕਮਜ਼ੋਰੀ ਹੈ, ਆਪਦੀ ਵਿਚਾਰਧਾਰਾ ਤੋਂ, ਆਪਦੇ ਧਰਮ ਤੋਂ। ਉਹੀ ਮਨੋਵਿਕਾਰਾਂ ਦਾ ਮਾਮਲਾ ਹੈ ਨਾ। ਜਦੋਂ ਇੰਪਲਸ ਉੱਠੂਗੀ ਉਹ ਧਰਮ ਨੂੰ ਉਸ ਤਰ੍ਹਾਂ ਢਾਲ ਦੂਗਾ। ਕੀ ਫਿਰ ਸਿੱਖਾਂ 'ਚ ਵੀ ਹੋ ਸਕਦਾ? ਹੋਇਆ, ਹੋ ਕੀ ਸਕਦਾ। ਇਹ ਸਿੱਖਾਂ 'ਚ ਕੋਈ ਐਂ ਥੋੜ੍ਹਾ ਹੋ, ਜਿਵੇਂ ਕਦੋਂ ਹੋਇਆ? ਮੁੱਢ ਤੋਂ ਹੀ ਹੋਇਆ। ਐ ਤਾਂ ਮਤਲਬ ਤੁਸੀਂ ਇਹ ਲੈ ਲਓ ਵੀ 50 ਸਾਲ ਜਿਹੜੇ ਜਿਨ੍ਹਾਂ ਬੰਦਿਆਂ ਨੇ 10ਵੇਂ ਪਾਤਸ਼ਾਹ ਦਾ ਸਾਥ ਮਾਣਿਆ, ਜਿੰਨਾ ਚਿਰ ਉਹ ਜਿਉਂਦੇ ਰਹੇ, ਜਿਹੜੀ ਪੈਗੰਬਰ ਦੀ ਇੱਕ ਸ਼ੋਅ ਹੈ ਨਾ, ਜਿਉਂਦੇ ਜੀ, ਉਹਦਾ ਔਰਾ, ਜਿਹੜੇ ਬੰਦਿਆਂ ਨੇ ਉਹ ਮਾਣ ਲਿਆ, ਉਹ ਤਾਂ ਸਮਝ ਲਓ ਪਵਿੱਤਰ ਹੋ ਗਏ, ਨਿਰਮਲ। ਉੱਥੇ ਤਾਂ ਕੋਈ ਗੁੰਜਾਇਸ਼ ਨਹੀਂ। ਤੇ ਪਰ ਜਦੋਂ ਉਹਦਾ ਹਸਰ ਘਟਦਾ ਹੌਲੀ ਹੌਲੀ, ਜਦੋਂ ਪਤਨ ਹੁੰਦਾ, ਧਰਮਾਂ ਦਾ ਵੀ ਤਾਂ ਪਤਨ ਹੁੰਦਾ, ਬਾਕੀ ਉਹ ਇਹ 'ਤੇ ਵੀ ਤਾਂ ਉਹ ਨਿਯਮ ਲਾਗੂ ਹੁੰਦੇ ਹੀ ਆ ਨਾ। ਸੋ ਜਦੋਂ ਧਰਮ ਤੋਂ ਜਦੋਂ ਪੈਗੰਬਰ ਧਰਮ ਤੋਂ ਦੂਰ ਹੋਊਗਾ, ਇਤਿਹਾਸ ਦੇ ਤੌਰ 'ਤੇ ਹੈ ਨਾ, ਨਵੀਆਂ ਪੁਸ਼ਤਾਂ ਆ ਗਈਆਂ, ਉਹਨਾਂ ਨੇ ਦੇਖਿਆ ਨਹੀਂ ਗੁਰੂ, ਪਰ ਇੱਕ ਮਨ 'ਚ ਬਿੰਬ ਤਾਂ ਬਣਦਾ ਨਾ, ਇਮੇਜ ਗੁਰੂ ਕਿਹੋ ਜਿਹਾ ਸੀ। ਉਹ ਕਿੱਥੋਂ ਬਣੂ? ਜਾਂ ਪੜ੍ਹ ਕੇ ਜਾਂ ਦੂਜਿਆਂ ਤੋਂ ਸੁਣ ਕੇ। ਉਹ ਬਿੰਬ ਕਿਹੋ ਜਿਹਾ ਬਣਾਇਆ ਜਾ ਰਿਹਾ ਗੁਰੂ ਦਾ, ਬਸ ਗੱਲ ਆ ਹੈ। ਜੇ ਉਹ ਬਿੰਬ 'ਚ ਨੁਕਸ ਪੈ ਗਿਆ ਨਾ, ਜੇ ਤੁਸੀਂ ਗੁਰੂ ਨੂੰ ਵਿਦਵਾਨ ਬਣਾਤਾ, ਗੁਰੂ ਦੀ ਜਿਹੜੀ ਡੈਫੀਨੇਸ਼ਨ ਆ ਉਹ ਕਵੀ ਦੇ ਤੌਰ 'ਤੇ ਉਹਨੂੰ ਡਿਫਾਈਨ ਹੀ ਕਵੀ ਦੇ ਤੌਰ 'ਤੇ ਕਰਤਾ। ਮੈਂ ਕਹਿੰਦਾ ਗੁਰੂ ਬਹੁਤ ਕੁਛ ਹੋ ਸਕਦਾ ਹੈ, ਵੱਡਾ ਸਟ੍ਰੈਟਜਿਸਟ ਵੀ ਹੋ ਸਕਦਾ ਹੈ। ਮਤਲਬ ਮੈਂ ਤਾਂ ਉੱਥੇ ਅਮਰੀਕਾ 'ਚ ਇੱਕ ਥਾਂ 'ਤੇ ਗਿਆ, ਬੱਚਿਆਂ ਦੇ ਕੈਂਪ ਲਾਉਂਦੇ ਨੇ, ਸਮਰ ਕੈਂਪ। ਉੱਥੇ ਜਿਹੜਾ ਬੰਦਾ ਮਤਲਬ ਸੀਗਾ, ਵਿਦਵਾਨ ਵੀ ਸੀ ਅਤੇ ਧਾਰਮਿਕ ਵੀ, ਸਭ ਕੁਝ ਸੀਗਾ। ਉਹ 5ਵੇਂ ਪਾਤਸ਼ਾਹ ਬਾਰੇ ਮੈਂ ਦੱਸ ਰਿਹਾ ਸੀ, ਉਹ ਬਹੁਤ ਵੱਡੇ ਟਾਊਨ ਪਲੈਨਰ ਸੀ। ਜਦੋਂ ਗੁਰੂ ਦੀ ਸਿਫਤ ਦੁਨਿਆਵੀ ਤੌਰ 'ਤੇ ਹੋਊ ਨਾ, ਦੁਨਿਆਵੀ ਸਿਫਤਾਂ ਵੀ ਤਾਂ ਗੁਰੂ 'ਚ ਹੈਗੀਆਂ ਹੀ ਹੈ, ਪਰ ਦੁਨਿਆਵੀ ਸਿਫਤਾਂ ਤਾਂ ਹਰ ਬੰਦੇ 'ਚ ਹੀ ਹੈ। ਜਦੋਂ ਆਪਾਂ ਕਹਿੰਦੇ ਗੁਰੂ ਦਾ ਸੰਨ ਹੀ ਨਹੀਂ ਹੋ ਸਕਦਾ, ਉਹ ਫਿਰ ਦੁਨਿਆਵੀ ਨਹੀਂ, ਕੁਛ ਦੈਵੀ ਹੈ। ਜਦੋਂ ਦੈਵੀ ਸੋਹਜ ਮਨਾਂ 'ਚੋਂ ਘਟੂ ਨਾ ਸਿੱਖ ਦੇ ਕਿਤੇ ਵੀ, ਸਿੱਖ ਗੁਰੂ ਤੋਂ ਦੂਰ ਹੋ, ਉਦੋਂ ਦਾ ਅਮਲ ਨੀਵੇਂ ਪੱਧਰ 'ਤੇ ਆਊ। ਆਇਆ ਇਤਿਹਾਸ 'ਚ ਅਨੇਕਾਂ ਉਦਾਹਰਨਾਂ ਕੀ,
ਤਾਂ ਨੰਗੀ ਸੇ ਅੱਜ ਤੁਸੀਂ ਦੇਖ ਲਓ ਮੋਡਰਨਿਟੀ ਵਾਂਗੂ ਜੇ ਕੋਈ ਰਾਜ ਹੋਵੇ, ਮੰਨ ਲਓ ਚਾਹੇ ਸਿੱਖਾਂ ਦਾ ਹੋਵੇ ਜਾਂ ਕਿਸੇ ਹੋਰ ਧਰਮ ਦਾ, ਉਹਦੇ 'ਚ ਵੀ ਜੇ ਦੈਵੀ ਨਹੀਂ ਹੋਊਗਾ ਉਹ ਤਾਂ ਉਹ ਤਾਂ ਮੋਡਰਨਿਟੀ ਵਰਗੇ ਹੋ ਐਂ ਹੀ ਕਰੂ। ਇਹ ਜ਼ਰੂਰੀ ਹੈ ਦੈਵੀ ਤੱਤ। ਫਿਰ ਕੋਈ ਇੰਨੀ ਸਟਰਗਲ ਤੋਂ ਉੱਥੇ ਤੱਕ ਚੀਜ਼ ਲੈ ਕੇ ਜਾਣੀ ਹੈ, ਇਹਦੀ ਕੀ ਗਰੰਟੀ ਹੈ ਕਿ ਉਹ ਬੈਲੈਂਸ ਨਹੀਂ? ਗਰੰਟੀ ਇਹੀ ਹੈ ਜੋ ਤੁਹਾਡੇ ਹੁਣ ਮੈਂ ਕੋਈ ਐਕਟ ਕਰ ਰਿਹਾ, ਮੈਂ ਗੁਰੂ ਤੋਂ ਕੋਈ ਪ੍ਰੇਰਨਾ ਲੈਣਾ ਨਾ, ਬੰਦੇ ਸਾਰੇ ਸਿੱਖ ਕਹੂ ਤਾਂ ਨਾ ਗੁਰੂ ਤੋਂ ਪ੍ਰੇਰਨਾ ਲੈਂਦੇ ਆ, ਉਹ ਗੁਰੂ ਦਾ ਉਹਦੇ ਮਨ 'ਚ ਇਮੇਜ ਕੀ ਹੈ? ਹੁਣ ਸਿੱਖਾਂ ਦਾ ਬਹੁਤ ਵੱਡੇ ਪ੍ਰਚਾਰਕਾਂ ਦਾ ਹਿੱਸਾ ਜਿਹੜਾ ਵੀ ਉਹ ਗਿਆਨ ਬੜਾ ਸੀ ਉਹਨਾਂ ਕੋਲ, ਵਿੱਚ ਕੁਰਬਾਨੀ ਕਿਵੇਂ ਕੀਤੀ, ਦੇਖ ਲਓ ਕਿਹੋ ਜਿਹੀ ਹਾਲਤ ਸੀ। ਇਹ ਗੱਲਾਂ ਤਾਂ ਸਮਾਜ 'ਚ ਹੋਰ ਬਹੁਤ ਹੋਈਆਂ, ਕੁਰਬਾਨੀਆਂ ਬਹੁਤ ਹੋਈਆਂ, ਬਹਾਦਰੀਆਂ ਬਹੁਤ ਹੋਈਆਂ। ਗੱਲ ਜੋ ਗੁਰੂ ਦੀ ਸਿਫਤ ਹੈ, ਉਹ ਗੁਰੂ ਦੀ ਸਿਫਤ ਹੈ। ਉਹ ਤੁਸੀਂ ਉਹ ਦੈਵੀ, ਜਦੋਂ ਉਹ ਸੋਚ ਘਟੀ ਜਾ ਰਿਹਾ ਨਾ, ਸਾਡਾ ਹੁਣ ਜਿਹੜਾ ਪ੍ਰਚਾਰ ਚੱਲ ਰਿਹਾ ਸਿੱਖੀ ਦਾ, ਉਹਦੇ 'ਚ ਗੁਰੂ ਦਾ ਦੈਵੀ ਸੋਚ ਘਟ ਰਿਹਾ। ਸਾਖੀਆਂ ਜਦੋਂ ਬਿਜ਼ਨਸ ਹੀ ਬਣ ਗਿਆ, ਧੰਦਾ ਹੀ ਬਣ ਗਿਆ, ਪ੍ਰਚਾਰ ਰੋਜੀ ਰੋਟੀ ਦਾ ਸਾਧਨ ਬਣ ਗਿਆ, ਇਹ ਸਭ ਕੁਛ ਮਾਡਰਨਿਟੀ ਨੇ ਇਫੈਕਟ ਸਾਰਿਆਂ ਨੂੰ, ਜੋ ਮਾਰਕਸਿਸਟ ਕਰ ਰਹੇ ਨੇ ਸਾਰੀ ਦੁਨੀਆ 'ਚ, ਤੇਰਾ ਖਿਆਲ ਉਹ ਮਾਰਕਸ ਮੁਤਾਬਕ ਕਰ ਰਹੇ ਨੇ? ਬਹੁਤ ਖੂਬਸੂਰਤ ਗੱਲਾਂ ਮਾਰਕਸ ਦੀਆਂ, ਮੌਜੇ ਤੁੰਗ ਦੀਆਂ ਬਹੁਤ ਖੂਬਸੂਰਤ ਵੀ ਹੈਗੀਆਂ, ਪਰ ਉਹਨਾਂ ਨੂੰ ਫਾਲੋ ਕਰਨਾ ਬਹੁਤ ਔਖਾ ਹੈ। ਟੋਟਲ ਐਨਵਾਇਰਨਮੈਂਟ ਜਿੱਥੇ ਤੁਸੀਂ ਸਾਹ ਲੈ ਰਹੇ ਹੋ ਨਾ, ਜਿਹੀ ਜੀ ਜ਼ਮੀਨ ਦੇ ਵਿੱਚ, ਮੈਂ ਤੁਹਾਨੂੰ ਇੱਕ ਉਦਾਹਰਨ ਦੱਸਦਾ। ਮੈਨੂੰ ਇੱਕ ਮੁੰਡਾ ਮਿਲਿਆ 13 ਸਾਲ ਦਾ, ਯੂਪੀ ਦੇ ਵਿੱਚ ਪਲਿਆ, ਗਰੀਬ ਘਰ ਦਾ, ਸਿੱਖਾਂ ਦਾ, ਬਿਲਕੁਲ ਗਰੀਬ ਘਰ ਦਾ, 7ਵੀਂ 'ਚ ਪੜ੍ਹਦਾ ਸੀਗਾ ਵਿਚਾਰਾ, ਇਨੋਸੈਂਟ। ਅਤੇ ਉਹ ਕਹਿੰਦਾ ਵੀ ਮੈਂ ਪੜ੍ਹਨਾ ਚਾਹੁੰਦਾ, ਯੂਪੀ ਤੋਂ ਆਇਆ ਸਾਡੇ ਕੋਲ। ਅਸੀਂ ਕਿਹਾ ਪੜ੍ਹਾ ਦਿਆਂਗੇ ਤੈਨੂੰ, ਪਰ ਤੂੰ ਦੱਸ ਕਿੰਨਾ ਪੜ੍ਹਨਾ ਚਾਹੁੰਦਾ? ਕਹਿੰਦਾ +2। ਅਸੀਂ ਕਿਹਾ ਉਦੋਂ ਬਾਅਦ ਕੀ ਬਣਨਾ ਚਾਹੁੰਦਾ? ਕਹਿੰਦਾ ਜਾਂ ਤਾਂ ਟਰਾਲਾ ਚਲਾਉਣ ਲੱਗਣਾ ਮੈਂ, ਅਤੇ ਜਾਂ ਮੈਂ ਹੈਕਰ ਬਣਨਾ। ਹੈਕਰ ਸ਼ਬਦ ਜਦੋਂ ਮੈਂ ਉਹਦੇ ਮੂੰਹੋਂ ਮੈਨੂੰ ਸਮਝ ਨਹੀਂ ਆਈ, ਮੈਂ ਹੈਕਰ ਕੀ? ਕਹਿੰਦਾ ਜਿਹੜੇ ਅਕਾਊਂਟ ਹੈਕ ਕਰਦੇ ਆ। ਮੈਂ ਕਿਹਾ ਇਹਦੀ ਟ੍ਰੇਨਿੰਗ ਹੁੰਦੀ ਆ? ਕਹਿੰਦਾ ਹਾਂ ਇਹਦੀ ਟ੍ਰੇਨਿੰਗ ਹੁੰਦੀ ਹੈ, ਮੈਂ ਉਹ ਲੈਣੀ ਹੈ। ਟੋਟਲੀ ਇਨੋਸੈਂਟ ਵਿਚਾਰਾ। ਜਿੱਥੇ ਆਹ ਸੁਪਨੇ ਦਿੱਤੇ ਜਾ ਰਹੇ ਨੇ, ਐਂਬੀਸ਼ਨਸ ਆ, ਐਸਪੀਰੇਸ਼ਨਸ ਆ, ਇੰਨੇ ਜ਼ਹਿਰੀਲੇ ਮਾਹੌਲ ਦੇ ਵਿੱਚ ਤੁਸੀਂ ਨਾ, ਸੋ ਜਦਵਿੰਦਰ ਮੇਰੀ ਤਾਂ ਹੁਣ ਸਭ ਕੁਛ ਦੇਖ ਕੇ ਧਾਰਨਾ ਬਣ ਗਈ, ਹੁਣ ਬੰਦੇ ਦੇ ਵੱਸ ਦਾ ਰੋਗ ਨਹੀਂ, ਕੋਈ ਦੈਵੀ ਇੰਟਰਵੈਂਸ਼ਨ ਹੋਊ। ਸਿੱਖੀ 'ਚ ਐਂ ਹੁੰਦਾ ਹੈ, ਸਿੱਖੀ 'ਚ ਡਾਊਨਸ ਅਪਸ ਬਹੁਤ ਆਏ। ਅੰਗਰੇਜ਼ਾਂ ਤੋਂ ਬਾਅਦ ਬਹੁਤ ਪਤਨ ਹੋਇਆ, ਜਦੋਂ ਸਾਰੇ ਕਹਿੰਦੇ ਸੀ ਨਾ, ਮਕਾਲ ਵਰਗੇ ਵੀ ਜਾਂ ਆਪਣੇ ਜਿਹੜੇ ਸੀਗੇ ਕਨਿੰਗਮ, ਵੀ ਇਹ ਤਾਂ ਹੁਣ ਕੁਛ ਸਾਲਾਂ ਦੀ ਗੱਲ, ਦਹਾਕਿਆਂ ਦੀ ਗੱਲ, ਇਹ ਸਿੱਖੀ ਖਤਮ ਹੋ ਜੂਗੀ। ਕਿਵੇਂ ਖੜ ਜੂਗੀ ਮਾਡਰਨਿਟੀ ਦੇ ਸਾਹਮਣੇ ਸਿੱਖੀ? ਦੇਖ ਲਓ ਮੁੜ ਕੇ ਸੰਤ ਪੈਦਾ ਹੋਏ ਨਾ ਕੁਛ। ਇੱਕ ਤਾਂ ਸਿੰਘ ਸਭਾ ਲਹਿਰ, ਉਹ ਮੇਨਲੀ ਇੰਟਲੈਕਚੁਅਲ ਕੰਮ ਕੀਤਾ, ਉਹਨਾਂ ਨੇ ਕੀਤਾ ਸਿੱਖ ਸਪਿਰਿਟ ਸਾਰੀ, ਪਰ ਸੰਤਾਂ ਨੇ ਤਾਂ ਇੱਕ ਜਾਗ ਹੀ ਲਾਈ ਨਾ ਥਾਂ ਥਾਂ ਜਾ ਕੇ ਮਨਾਂ 'ਚ। ਸੋ ਉਹ ਜਿਹੜੀ ਜੋਤ ਜਗਾਉਣੀ ਅੰਦਰ, ਉਹ ਜੋਤ ਉਹੀ ਜਗਾ ਸਕੂ ਜਿਹਦੀ ਆਪ ਜਗਦੀ ਹੈ। ਇਹ ਤਾਂ ਚੀਜ਼ ਹੀ ਇਹੀ, ਦੀਵੇ ਨੂੰ ਦੀਵਾ ਉਹੀ ਚਾਨਣ ਜਗਾ ਸਕੂ ਨਾ ਜੇ ਉਹ ਆਪ ਜਗਦਾ ਹੈ। ਸੋ ਇੱਥੇ ਦੰਭ ਅਤੇ ਝੂਠ ਤਾਂ ਚੱਲਣਾ ਨਹੀਂ। ਸੋ ਇੱਥੇ ਖੜੀ ਹੈ ਗੱਲ ਸਿੱਖਾਂ ਦੀ। ਧੰਨਵਾਦ ਤੁਹਾਡਾ ਮੇਰੀ ਸਾਡੇ ਨਾਲ ਗੱਲਬਾਤ ਕਰਨ ਦੀ। ਚਲੋ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਜਮੇਰ ਸਿੰਘ, ਜਿਨ੍ਹਾਂ ਦੇ ਨਾਲ ਗੱਲਬਾਤ ਹੋਈ, ਬੜੀਆਂ ਖੁੱਲ੍ਹ ਕੇ ਗੱਲਾਂ ਬਾਤਾਂ ਹੋਈਆਂ, ਔਰ ਉਹ ਜਵਾਬ ਜਿਹੜੇ ਬਹੁਤ ਸਾਰੇ ਲੋਕਾਂ ਦੇ ਮਨਾਂ ਸੀ, ਸਵਾਲ ਸੀ, ਅਸੀਂ ਸਾਰੇ ਸਵਾਲ ਪੁੱਛੇ। ਅੱਗੇ ਵੀ ਐਡਲੌਗ ਪ੍ਰੋਗਰਾਮ 'ਚ ਗੱਲਬਾਤ ਜਾਰੀ ਰਹੇਗੀ।